ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1364 ਤੇ ਹੇਠਾਂ 8ਵਾਂ ਸ਼ਲੋਕ ਸ਼ੁਰੂ ਹੁੰਦਾ। ਕੱਲ੍ਹ ਸਰਦਾਰ ਰਘਬੀਰ ਸਿੰਘ ਜੀ ਨੇ 7 ਸ਼ਲੋਕਾਂ ਤੱਕ ਕਥਾ ਕੀਤੀ ਸੀ। ਜਿੱਦੇ ਮੈਂ ਕਿਸੇ ਕਾਰਨ ਨਹੀਂ ਕਥਾ ਕਰਦਾ, ਮੈਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਜਾਂਦੇ, ਬਾਬਾ ਜੀ ਠੀਕ ਠਾਕ ਹੋ? ਠੀਕ ਠਾਕ ਹੀ ਹਾਂ, ਕੋਈ ਐਸੀ ਗੱਲ ਨਹੀਂ ਹੈ। ਮੈਂ ਪਿੰਡ ਗਿਆ ਹੋਇਆ ਸੀ, ਉੱਥੇ ਮੈਨੂੰ ਦੇਰ ਹੋ ਰਹੀ ਸੀ। ਮੈਂ ਸੋਚਿਆ ਮੈਂ ਕਿਤੇ ਲੇਟ ਨਾ ਹੋ ਜਾਵਾਂ, ਫਿਰ ਮੈਨੂੰ ਟੈਲੀਫੋਨ ਕਰਤਾ ਸੀ ਰਘਬੀਰ ਸਿੰਘ ਨੂੰ ਕਿ ਮੇਰੀ ਥਾਂ 'ਤੇ ਤੁਸੀਂ ਕਥਾ ਕਰਨੀ ਹੈ। ਸੋ ਇਸ ਕਾਰਨ ਕਈ ਵਾਰੀ ਕੋਈ ਕੰਮ ਧੰਦਾ ਹੋ ਜਾਂਦਾ ਹੈ। ਜਦੋਂ ਕਦੇ ਮੈਨੂੰ ਕੋਈ ਕੰਮ ਹੁੰਦਾ, ਮੈਂ ਕਿਤੇ ਜਾਣਾ ਹੁੰਦਾ, ਉਸ ਤੋਂ ਬਾਅਦ ਸਰਦਾਰ ਰਘਬੀਰ ਸਿੰਘ ਜੀ ਹੀ ਕਥਾ ਕਰਦੇ ਨੇ, ਉਹੀ ਸੰਥਿਆ ਦਿੰਦੇ ਨੇ। ਜਿੱਦੇ ਮੈਂ ਹੁੰਦਾ ਉਹਦੇ ਫਿਰ ਮੈਂ ਕਥਾ ਕਰਦਾ, ਸੰਥਿਆ ਦਿੰਦਾ। ਔਰ ਇਹ ਜਿਹੜਾ ਹੈ ਬਹੁਤ ਸਮੇਂ ਤੋਂ ਚੱਲ ਰਿਹਾ। 1992 ਦੇ ਵਿੱਚ ਕਥਾ ਵਾਰਤਾ ਸ਼ੁਰੂ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ। 3 ਵਾਰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋ ਚੁੱਕੀ ਹੈ। ਹੁਣ ਲਾਕਡਾਊਨ ਕਰਕੇ ਵਿੱਚੋਂ ਖਾਸ ਬਾਣੀ ਦੀ ਕਥਾ ਕੀਤੀ ਜਾ ਰਹੀ ਹੈ। ਸੋ ਸਰਦਾਰ ਰਘਬੀਰ ਸਿੰਘ ਜੀ ਉਦੋਂ ਤੋਂ ਹੀ ਮੇਰਾ ਸਾਥ ਦੇ ਰਹੇ ਨੇ, ਮੇਰੀ ਗੈਰ ਹਾਜ਼ਰੀ 'ਚ ਕਥਾ ਵੀ ਕਰਦੇ ਨੇ ਅਤੇ ਸੰਥਿਆ ਵੀ ਦਿੰਦੇ, ਪਾਠ ਵੀ ਸਿਖਾਉਂਦੇ ਨੇ। ਹਾਂ, ਮੈਂ 2-3 ਦਿਨ ਨਾ ਆਵਾਂ ਕਥਾ ਕਰਾਂ, ਫਿਰ ਚਲੋ ਪੁੱਛ ਲਿਆ ਕਰੋ ਵੀ ਕਿਤੇ ਢਿੱਲਾ ਮੱਠਾ ਤਾਂ ਨਹੀਂ। ਇੱਕ ਅੱਧੇ ਦਾ ਕੰਮ ਧੰਦਾ ਵੀ ਹੋ ਸਕਦਾ ਇੱਕ ਅੱਧੇ ਦਿਨ। ਸੋ 8ਵੇਂ ਸ਼ਲੋਕ ਤੋਂ ਹੈ। ਕਬੀਰ ਆਈ ਮੁਝੇ ਪਹਿ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਆਦੇਸ ਖਿਆਲ ਰੱਖਣਾ, ਇੱਕ ਹੁੰਦਾ ਆਦੇਸ, ਇੱਕ ਹੁੰਦਾ ਆਦੇਸ਼। ਸੱਸੇ ਦੇ ਪੈਰ 'ਚ ਬਿੰਦੀ ਨਾਲ ਆਦੇਸ਼ ਹੋ ਗਿਆ, ਬਿੰਦੀ ਤੋਂ ਬਿਨਾਂ ਆਦੇਸ਼ ਹੈ। ਜਿਹੜਾ ਬਿਨਾਂ ਬਿੰਦੀ ਤੋਂ ਆਦੇਸ਼ ਹੈ ਉਹਦਾ ਮਤਲਬ ਨਮਸਕਾਰ। ਜਿਹੜਾ ਬਿੰਦੀ ਨਾਲ ਬੋਲਦੇ ਹਾਂ ਆਦੇਸ਼, ਉਹਦਾ ਮਤਲਬ ਹੁਕਮ, ਆਰਡਰ। ਇੱਥੇ ਆਦੇਸ਼ ਬਿਨਾਂ ਬਿੰਦੀ ਤੋਂ ਬੋਲਣਾ, ਜਿਹਦਾ ਮਤਲਬ ਨਮਸਕਾਰ। ਕਬੀਰ ਆਈ ਮੁਝੇ ਪੈ। ਹੁਣ ਵਾਲਾ ਸੋਚਦੇ ਵੀ ਕੀ ਆਈ, ਇੰਨੇ ਕਿ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਇੱਥੇ ਭਾਵ ਹੈ ਮਾਇਆ। ਕਬੀਰ ਸਾਹਿਬ ਕਹਿੰਦੇ ਮਾਇਆ ਅਨੇਕਾਂ ਭੇਖ ਧਾਰਨ ਕਰਕੇ ਮੇਰੇ ਕੋਲ ਆਈ, ਕਿਉਂਕਿ ਮਾਇਆ ਦੇ ਅਨੇਕਾਂ ਰੂਪ ਨੇ। ਪਰਮਾਤਮਾ ਤੋਂ ਬਿਨਾਂ ਜੋ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਗੁਰਬਾਣੀ ਉਸ ਨੂੰ ਮਾਇਆ ਕਹਿੰਦੀ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਮਾਇਆ ਦੇ ਪੁੱਤਰ ਨੇ। ਸੋ ਇੱਕ ਪਰਮਾਤਮਾ ਹੈ, ਦੂਜੀ ਮਾਇਆ ਹੈ। ਮਾਇਆ ਦਾ ਮੁੱਖ ਕੰਮ ਕੀ ਹੈ? ਰੱਬ ਨੂੰ ਭੁਲਾ ਦੇਣਾ, ਬੰਦੇ ਨੂੰ ਐਸੇ ਕੰਮਾਂ ਵਿੱਚ ਲਾ ਦੇਣਾ ਕਿ ਉਹ ਰੱਬ ਨੂੰ ਹੀ ਭੁੱਲ ਜੇ। ਕਹਿੰਦੇ ਨੇ ਇਹ ਮਾਇਆ ਦਾ ਪ੍ਰਭਾਵ ਹੋ ਗਿਆ ਹੈ। ਮਾਇਆ ਕਈ ਵਾਰੀ ਲక్ష్ਮੀ ਦੇਵੀ ਦਾ ਰੂਪ ਧਾਰਨ ਕਰਕੇ ਆ ਜਾਂਦੀ ਹੈ। ਸੰਤਾਂ ਮਹਾਤਮਾ ਕੋਲੇ ਜਿਹੜੀ ਲక్ష్ਮੀ ਹੈ, ਇਹ ਮਾਇਆ ਦੀ ਦੇਵੀ ਗਿਣੀ ਗਈ ਹੈ। ਇਸ ਲਈ ਸੰਸਾਰ ਖਾਸ ਕਰਕੇ ਦੀਵਾਲੀ ਵਾਲੇ ਦਿਨ ਬਹੁਤ ਸਾਰੇ ਲੋਕ ਲక్ష్ਮੀ ਦੀ ਪੂਜਾ ਕਰਦੇ ਨੇ। ਲక్ష్ਮੀ ਦੀ ਪੂਜਾ ਹੁੰਦੀ ਹੈ, ਨਾਰਾਇਣ ਦੀ ਪੂਜਾ ਨਹੀਂ ਹੁੰਦੀ, ਲక్ష్ਮੀ ਦੀ ਹੁੰਦੀ ਹੈ। ਮਾਇਆ ਦਾ ਪ੍ਰਭਾਵ ਵੀ ਇਹੋ ਜਿਹਾ ਹੈ। ਸਾਰੀ ਰਾਤ ਕਈ ਲੋਕ ਆਪਣੇ ਦਰ ਖੁੱਲ੍ਹੇ ਰੱਖਦੇ ਨੇ ਦੀਵਾਲੀ ਨੂੰ ਕਿ ਲక్ష్ਮੀ ਸਾਡੇ ਘਰ ਆਵੇਗੀ, ਦਰਵਾਜ਼ਾ ਖੁੱਲ੍ਹਾ ਹੋਣਾ ਚਾਹੀਦਾ ਵੀ ਮਾਇਆ ਮਿਲੇਗੀ, ਮਾਇਆ ਆਵੇਗੀ।
ਸੰਤ ਈਸ਼ਰ ਸਿੰਘ ਜੀ ਮਹਾਰਾਜ ਨਾਲ ਵੀ ਐਂ ਹੋਇਆ। ਜਦੋਂ ਰਾੜਾ ਸਾਹਿਬ ਆ ਕੇ ਵਸੇ ਤਾਂ ਜਦੋਂ ਸਵੇਰੇ ਸਿਮਰਨ 'ਚ ਬਹਿਣਾ, ਲਕਸ਼ਮੀ ਨੇ ਆ ਜਾਣਾ, ਆ ਕੇ ਮਹਾਂਪੁਰਖਾਂ ਨੂੰ ਕਹਿਣਾ ਜੀ ਕੋਈ ਸੇਵਾ ਲਵੋ। ਉਹ ਕਹਿੰਦੇ ਜੀ ਇਸ ਤਾਂ ਭਜਨ ਬੰਦਗੀ ਕਰਨੀ ਹੈ, ਸਾਨੂੰ ਤੁਹਾਡੀ ਸੇਵਾ ਦੀ ਲੋੜ ਨਹੀਂ ਹੈ। ਕਿਉਂ ਪਤਾ ਸੀ ਵੀ ਜੇ ਮਾਇਆ ਆਵੇਗੀ ਤਾਂ ਫਿਰ ਇੱਥੇ ਬਹੁਤ ਵੱਡਾ ਸਥਾਨ ਹੋ ਜਾਏਗਾ, ਬਿਲਡਿੰਗਾਂ ਬਣਨਗੀਆਂ, ਲੰਗਰ ਚੱਲਣਗੇ, ਸਕੂਲ ਕਾਲਜ ਖੁੱਲ੍ਹਣਗੇ। ਮਾਇਆ ਤਾਂ ਵਰਤਣੀ ਹੈ, ਇਕੱਠੀ ਕਰਕੇ ਉਹਨੂੰ ਕੀ ਕਰਨਾ। ਇਸ ਲਈ ਜਵਾਬ ਦਿੰਦੇ ਰਹੇ। ਇਸ ਲਈ ਮਾਇਆ ਖਾਸ ਕਰਕੇ ਜੇ ਭਜਨ ਬੰਦਗੀ ਕਰਦਾ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਇਹਨੂੰ ਮੈਂ ਪਰਮਾਤਮਾ ਵਾਲੇ ਪਾਸੇ ਹਟਾ ਦਿਆਂ, ਆਪਣੇ ਪਾਸੇ ਲਾਵਾਂ। ਅਤੇ ਪਰਮਾਤਮਾ ਵੀ ਵੇਖਦਾ ਕਿ ਮੇਰੀ ਮਾਇਆ ਤੋਂ ਭਲਾ ਕੌਣ ਬਚਦਾ, ਕੌਣ ਬਚਦਾ ਭਲਾ। ਜਦੋਂ ਮਾਇਆ ਰੋਜ਼ ਆ ਜਾਇਆ ਕਰੇ ਲਕਸ਼ਮੀ ਬਣ ਕੇ, ਇੱਕ ਦਿਨ ਸੰਤ ਈਸ਼ਰ ਸਿੰਘ ਮਹਾਰਾਜ ਸੰਤ ਕਿਸ਼ਨ ਸਿੰਘ ਜੀ ਨੂੰ ਕਹਿੰਦੇ ਵੀ ਕਿਸ਼ਨ ਸਿੰਘ, ਮਾਇਆ ਬਹੁਤ ਜ਼ੋਰ ਪਾ ਰਹੀ, ਕਹਿੰਦੇ ਮੇਰੇ ਤੋਂ ਸੇਵਾ ਲਵੋ। ਕਹਿੰਦੇ ਸੇਵਾ ਲੈ ਲਓ। ਕਹਿੰਦੇ ਕਿਸ਼ਨ ਸਿੰਘ ਜੇ ਮਾਇਆ ਨੂੰ ਆਗਿਆ ਕਰਤੀ ਨਾ, ਇਸੇ ਤਾਂ ਬਹੁਤ ਮਾਇਆ ਆਉਣੀ ਹੈ। ਮੈਂ ਤੇ ਦੇਸਾਂ ਪ੍ਰਦੇਸਾਂ ਦੇ ਧਰਮ ਦਾ ਪ੍ਰਚਾਰ ਕਰਨਾ। ਕਹਿੰਦੇ ਕੋਈ ਨਹੀਂ, ਆਉਣ ਦਿਓ ਜੀ, ਮੈਂ ਆਪੇ ਸਾਂਭ ਲਾਂਗਾ। ਅਗਲੇ ਦਿਨ ਜਦ ਲਕਸ਼ਮੀ ਆਈ, ਮਹਾਂਪੁਰਖ ਨੇ ਕਿਹਾ ਚੰਗਾ ਭਾਈ ਕਰ ਲੈ ਸੇਵਾ। ਅਤੇ ਬਸ ਫਿਰ ਉਹ ਤੋਂ ਬਾਅਦ ਫਿਰ ਸੰਗਤ ਨੇ ਮਾਇਆ ਦੇਣੀ ਸ਼ੁਰੂ ਕਰਤੀ, ਬਿਲਡਿੰਗਾਂ ਬਣਨੀਆਂ ਸ਼ੁਰੂ ਹੋਤੀਆਂ, ਲੰਗਰ ਹਾਲ ਬਣ ਗਏ, ਸਕੂਲ ਕਾਲਜ ਬਣ ਗਏ, ਕਿੰਨਾ ਕੁਛ ਬਣ ਗਿਆ ਉੱਥੇ। ਸੋ ਮਾਇਆ ਅਨੇਕਾਂ ਰੂਪ ਧਾਰਨ ਕਰਕੇ ਹੁੰਦੀ ਹੈ ਵੀ ਕਿਸੇ ਤਰ੍ਹਾਂ ਇਹ ਬੰਦਾ ਮੇਰੇ ਜਾਲ 'ਚ ਫਸ ਜੇ ਅਤੇ ਭਜਨ ਬੰਦਗੀ ਨਾ ਕਰ ਸਕੇ। ਕਬੀਰ ਆਈ ਮੁਝੇ ਪਹਿ, ਉਹ ਆਪ ਮੰਨਦੇ ਨੇ। ਆਮ ਬੰਦਿਆਂ ਨੂੰ ਤਾਂ ਮਾਇਆ ਪ੍ਰਭਾਵਿਤ ਕਰਦੀ ਹੀ ਕਰਦੀ ਹੈ। ਆਮ ਲੋਕ ਤਾਂ ਲੱਗੇ ਹੀ ਮਾਇਆ ਦੇ ਮਗਰ ਨੇ। ਮਾਇਆ ਦੀ ਖਾਤਰ ਆਪਣਾ ਘਰ ਬਾਹਰ ਛੱਡ ਕੇ ਦੇਸਾਂ ਪ੍ਰਦੇਸਾਂ ਜਾ ਰਹੇ ਨੇ। ਮਾਇਆ ਦੀ ਖਾਤਰ ਹੀ ਜਾ ਰਹੇ ਨੇ, ਹੋਰ ਹੋਵੇ ਹੋਰ ਹੋਵੇ। ਹਾਲਾਂਕਿ ਪਹਿਲਾਂ ਹੈਗੀ। ਹੁਣ ਜਿਹੜਾ 15 ਲੱਖ ਰੁਪਈਆ ਲਾ ਕੇ ਬਾਹਰ ਜਾ ਰਿਹਾ, ਇਹਦਾ ਮਤਲਬ ਗਰੀਬ ਤੇ ਨਹੀਂ ਨਾ। ਫਿਰ ਜਿਹਦੇ ਕੋਲ 15 ਲੱਖ ਉਹਨੂੰ ਅਸੀਂ ਗਰੀਬ ਨਹੀਂ ਕਹਿ ਸਕਦੇ। ਜਿਵੇਂ ਇੱਕ ਮੇਰੇ ਕੋਲ ਮੋਟਰਸਾਈਕਲ 'ਤੇ ਚੜ੍ਹ ਕੇ ਮੰਗਣ ਆ ਗਿਆ, ਬਾਬਾ ਜੀ ਮੈਂ ਬੜਾ ਔਖਾ ਜੀ, ਕੋਈ ਸਹਾਇਤਾ ਕਰੋ ਜੀ। ਮੈਂ ਕਿਹਾ ਮੈਨੂੰ ਪਤਾ ਹੈ ਤੂੰ ਔਖਾ ਹੈ, ਤੂੰ ਮੰਗਣ ਆਇਆ, ਫਿਰ ਮੰਗਤਾ ਬਣ ਕੇ ਆਉਣਾ ਸੀ। ਤੂੰ ਤਾਂ ਮੋਟਰਸਾਈਕਲ 'ਤੇ ਚੜ੍ਹ ਕੇ ਆਇਆ। ਇਹ ਵੀ ਮੈਨੂੰ ਪਤਾ ਤੂੰ ਕਿੱਥੋਂ ਆਇਆ। ਤੂੰ 5 ਕਿਲੋਮੀਟਰ ਤੋਂ ਆਏ। 5 ਕਿਲੋਮੀਟਰ ਮੋਟਰਸਾਈਕਲ 'ਤੇ ਜਾਵੇਂਗਾ, ਤੇਲ ਫੂਕੇਗਾ ਨਾ, ਫਿਰ ਤੂੰ ਗਰੀਬ ਦਾ ਨਾ ਹੋਇਆ। ਜਿਹਦੇ ਕੋਲ ਮੋਟਰਸਾਈਕਲ ਹੈਗਾ ਅਸੀਂ ਉਸਨੂੰ ਗਰੀਬ ਨਹੀਂ ਕਹਿ ਸਕਦੇ। ਗਰੀਬ ਕੋਲ ਤਾਂ ਸਾਈਕਲ ਵੀ ਨਹੀਂ ਹੁੰਦਾ ਅਤੇ ਤੂੰ ਮੰਗਣਾ ਹੈ ਮੋਟਰਸਾਈਕਲ 'ਤੇ। ਜੇ ਮੰਗਣਾ ਹੀ ਹੋਵੇ ਤਾਂ ਮੰਗਣ ਵਾਲਿਆਂ ਵਾਲੀ ਸ਼ਕਲ 'ਤੇ ਹੋਣੀ ਚਾਹੀਦੀ ਹੈ। ਤੂੰ ਸਾਈਕਲ 'ਤੇ ਆਉਂਦਾ, ਪੈਦਲ ਆਉਂਦਾ, ਚਾਹੇ ਦੂਰ ਹੀ ਮੋਟਰਸਾਈਕਲ ਖੜ੍ਹਾ ਕਰ ਆਉਂਦਾ। ਕੈਮਰੇ ਦੇ ਵਿੱਚ ਮੈਨੂੰ ਤਾਂ ਗਲੀ 'ਚ ਤੇਰਾ ਮੋਟਰਸਾਈਕਲ ਖੜ੍ਹਾ ਦਿਸ ਰਿਹਾ ਹੈ। ਉਂਝ ਤੂੰ ਕਹਿੰਦਾ ਮੈਂ ਗਰੀਬ ਹਾਂ ਜੀ। ਮੈਂ ਅੱਗੇ ਤੋਂ ਕਹਿ ਰੱਖੇ, ਜਦੋਂ ਮੰਗਣ ਚਾਹੀਦਾ ਮੋਟਰਸਾਈਕਲਾਂ ਦੇ ਨਹੀਂ ਚਾਹੀਦਾ। ਮੋਟਰਸਾਈਕਲ ਵਾਲਾ ਮੰਗਤਾ ਨਹੀਂ ਹੋਇਆ ਕਰਦਾ, ਕਿਸੇ ਤੈਨੂੰ ਦਵਾਨੀ ਨਹੀਂ ਦੇਣੀ। ਮੈਂ ਤਾਂ ਤੈਨੂੰ ਜਾਣਦਾ ਹਾਂ, ਇਸ ਲਈ ਤੈਨੂੰ ਦੇ ਰਿਹਾ, ਤੇਰੀ ਮਜਬੂਰੀ ਹੈਗੀ। ਜਿਵੇਂ ਖਾਲਸਾ ਸਕੂਲ ਸਰਵਿਸ ਕਾਲਜ ਲੁਧਿਆਣੇ ਜ਼ਿਲ੍ਹੇ 'ਚ ਇੱਕ ਬੀਬੀ ਆ ਗਈ ਹੈਡ ਮਾਸਟਰ ਕੋਲ, ਜੇ ਅਸੀਂ ਗਰੀਬ ਹੁੰਦੇ ਹਾਂ ਜੀ, ਮੇਰੇ ਬੱਚੇ ਦੀ ਫੀਸ ਮਾਫ਼ ਕਰ ਦਿਓ। ਹੈਡ ਮਾਸਟਰ ਨੇ ਦੇਖਿਆ, ਕਹਿੰਦੇ ਬੈਠੋ ਬੀਬੀ, ਬਿਠਾ ਦੀ ਕੁਰਸੀ। ਪੀਐਨ ਨੂੰ ਕਹਿੰਦੇ ਵੀ ਜੈਮਲ ਸਿੰਘ ਨਾਲ ਸੱਦ ਕੇ ਲਿਆਈ। ਮੈਂ ਚਲਿਆ ਗਿਆ, ਮੈਨੂੰ ਕਹਿੰਦੇ ਜੀ ਤੁਸੀਂ ਬੈਠੋ ਕੁਰਸੀ 'ਤੇ।
ਕਹਿੰਦੇ ਇਸ ਬੀਬੀ ਵੱਲ ਵੇਖੋ, ਇਹ ਤੁਹਾਨੂੰ ਗਰੀਬ ਲੱਗ ਰਹੀ ਹੈ ਕਿ ਅਮੀਰ ਲੱਗ ਰਹੀ ਹੈ? ਮੈਂ ਇਹ ਤਾਂ ਬਹੁਤ ਅਮੀਰ ਹੈ, ਕਿੰਨੀ ਮਹਿੰਗੀ ਸਾੜੀ ਬੰਨੀ ਹੈ, ਸੋਨੇ ਦੇ ਨੇ ਗਹਿਣੇ ਪਾ ਰੱਖੇ ਹਨ, ਪੂਰੀ ਟੌਰ ਹੈ, ਇਹ ਤਾਂ ਅਮੀਰਾਂ ਦੀ ਕੋਈ ਲੜਕੀ ਹੈ। ਹੈਡ ਮਾਸਟਰ ਕਹਿੰਦੇ ਬੀਬੀ ਜੇ ਫੀਸ ਹੀ ਮਾਫ਼ ਕਰਾਉਣੀ ਫਿਰ ਗਰੀਬਾਂ ਵਾਲੇ ਕੱਪੜੇ ਪਾ ਕੇ ਹੋਣਾ ਸੀ। ਪਤਾ ਤਾਂ ਲੱਗਦਾ ਗਰੀਬ ਹੈ ਤੂੰ, ਤੇ ਸੋਨੇ ਦੇ ਗਹਿਣੇ ਪਾ ਕੇ ਸਾੜੀਆਂ ਪਾ ਕੇ ਆ ਗਏ, ਜਾ ਦੌੜ ਜਾ, ਤੂੰ ਕੋਈ ਗਰੀਬ ਨਹੀਂ ਹੈਗੀ। ਸੋ ਮੰਗਤਾ ਭਾਵੇਂ ਅਮੀਰ ਹੋਵੇ ਪਰ ਦਿਸਣ ਨੂੰ ਉਹ ਮੰਗਤਾ ਹੀ ਦਿਸਣਾ ਚਾਹੀਦਾ। ਇਹ ਮੰਗਤੇ ਦੀ ਮਜਬੂਰੀ ਹੈ। ਸੜੇ ਜੇ ਕੱਪੜੇ ਪਾ ਕੇ ਰੱਖਣੇ ਨੇ, ਅੱਗੇ ਟੁੱਟਿਆ ਜੇ ਠੂਠਾ ਰੱਖਣਾ, ਨਵਾਂ ਬਰਤਨ ਨਹੀਂ ਰੱਖਣਾ, ਟੁੱਟਿਆ ਚਿਬ ਖੜੇਬਾ ਠੂਠਾ ਅੱਗੇ ਰੱਖਦੇ ਮੰਗਣ ਲਈ। ਮੈਲੇ ਕੁਚਲੇ ਜੇ ਕੱਪੜੇ ਪਾਏ ਹੁੰਦੇ ਨੇ ਤਾਂ ਜੋ ਅਗਲੇ ਲੱਗੇ ਵੀ ਵਾਕਈ ਗਰੀਬ ਹੈ, ਮੰਗਤਾ ਹੈ। ਔਰ 95% ਮੰਗਤੇ ਜਿਹੜੇ ਰਾਤ ਨੂੰ ਸ਼ਰਾਬਾਂ ਪੀਂਦੇ ਨੇ। ਜਨਾਨੀਆਂ ਵੀ ਮੰਗ ਰਹੇ ਹਨ, ਬੱਚੇ ਵੀ ਮੰਗ ਰਹੇ ਨੇ, ਆਪ ਵੀ ਮੰਗ ਰਹੇ ਨੇ, ਅਤੇ ਇਹ ਨਹੀਂ ਕੋਈ ਪੈਸਾ ਇਕੱਠਾ ਕਰਕੇ ਕੋਈ ਚੱਜ ਦਾ ਜੀਵਨ ਜਿਉਣ ਲਈ ਹੈ ਨਾ, ਉਹ ਸ਼ਰਾਬ ਪੀ ਜਾਣੀ ਹੈ। ਆਪ ਵੀ ਮੰਗਤਾ, ਅੱਗੋਂ ਜਵਾਕ ਵੀ ਮੰਗਤੇ। ਇਸ ਲਈ ਕਬੀਰ ਸਾਹਿਬ ਕਹਿੰਦੇ ਮਾਇਆ ਮੇਰੇ 'ਤੇ ਵੀ ਅਨੇਕਾਂ ਰੂਪ ਧਾਰਨ ਕਰਕੇ ਆਈ ਵੀ ਕਬੀਰ ਸਾਹਿਬ ਨੂੰ ਮੈਂ ਪ੍ਰਭਾਵਿਤ ਕਰ ਲਾਂ, ਇਹਨਾਂ ਦੀ ਭਜਨ ਬੰਦਗੀ ਖਲਲ ਪੈ ਜੇ, ਇਹ ਮਾਇਆ ਕਮਾਉਣ 'ਤੇ ਲੱਗ ਜਾਣ, ਭਜਨ ਬੰਦਗੀ ਵੱਲੋਂ ਹਟ ਜਾਣ, ਤਾਂ ਉਹ ਆਪ ਮੰਨਦੇ ਨੇ ਇਸ ਗੱਲ ਨੂੰ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਅਨੇਕਾਂ ਭੇਸ ਧਾਰਨ ਕਰਕੇ ਕਦੇ ਕੋਈ ਮਾਇਆ ਮੈਨੂੰ ਪ੍ਰਭਾਵਿਤ ਕਰਨ ਆਈ। ਹਮ ਰਾਖੇ ਗੁਰ ਆਪਣੇ, ਪਰ ਸਾਡੀ ਤੇ ਗੁਰੂ ਨੇ ਰੱਖਿਆ ਕੀਤੀ, ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਰ ਵਕਤ, ਉਸ 'ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਸਿਰਫ ਉਹ 10 ਨੌਂ ਦੀ ਕਿਰਤ ਕਰਦਾ ਹੈ। ਉਹ ਨਾ ਕੋਈ ਚੋਰੀ ਕਰੇ, ਨਾ ਡਾਕਾ ਮਾਰੇ, ਨਾ ਠੱਗੀ ਕਰੇ, ਨਾ ਮਿਲਾਵਟ ਕਰੇ, ਨਾ ਧੋਖਾ ਕਰੇ, ਨਾ ਕੋਈ ਘਪਲੇ ਕਰੇ ਜਿਵੇਂ ਅੱਜ ਕੱਲ੍ਹ ਚੱਲ ਰਹੇ ਨੇ ਜੀ। ਕਰੋੜਾਂ ਰੁਪਏ ਦੇ ਘਪਲੇ ਕੀਤੇ ਜਾ ਰਹੇ ਨੇ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਪੁੱਛੇ ਕੌਣ? ਪੁੱਛਣ ਵਾਲਾ ਵੀ ਘਪਲੇਬਾਜ਼, ਇਸ ਲਈ ਕੋਈ ਪੁੱਛਦਾ ਹੀ ਨਹੀਂ ਹੈਗਾ। ਮਾਇਆ ਨੇ ਇੰਨਾ ਪ੍ਰਭਾਵ ਪਾ ਰੱਖਿਆ ਹੈ। ਕੋਈ ਵਿਰਲਾ ਟਾਣਾ, ਕਹਿੰਦੇ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਕੋਈ ਹਰਿਓ ਬੂਟ ਰਿਓ ਰੇ, ਕੋਈ ਹਰਾ ਦਰਖਤ ਹੀ ਬਚਦਾ ਨਹੀਂ, ਬਾਕੀ ਸਾਰੇ ਮੱਚ ਮੁੱਚ ਜਾਂਦੇ ਹਨ। ਇਸ ਵੇਲੇ ਮਾਇਆ ਦਾ ਪ੍ਰਭਾਵ ਸੰਸਾਰ 'ਚ ਇਤਨਾ ਹੈ ਕਿ ਕੋਈ ਵਿਰਲਾ ਟਾਵਾਂ ਹੀ ਹੈ ਜਿਹੜਾ 10 ਦੀ ਕਿਰਤ 'ਤੇ ਸੰਤੁਸ਼ਟ ਹੈ। ਕਈ ਲੋਕ 10 ਦੀ ਕਿਰਤ 'ਤੇ ਕਰਦੇ ਨੇ ਪਰ ਸੰਤੁਸ਼ਟ ਨਹੀਂ ਹੈਗੇ। ਉਹ ਅਜੇ ਵੀ ਚਾਹੁੰਦੇ ਹੋਰ ਮਾਇਆ ਹੋਵੇ, ਜਾਂ ਤਾਂ ਉਹਨਾਂ ਦੀ ਅਜੇ ਆਤਮਾ ਨਹੀਂ ਅਲਾਓ ਕਰਦੀ ਹੋਰ ਤਰੀਕੇ ਨਾਲ ਮਾਇਆ ਦੀ, ਜਾਂ ਉਹ ਡਰਦੇ ਨੇ, ਇਸ ਲਈ ਨਹੀਂ ਠੱਗੀ ਠੋਰੀ ਕਰਦੇ। ਨਹੀਂ ਤਾਂ ਕੋਈ ਵਿਰਲਾ ਟਾਵਾਂ ਰਹਿ ਗਿਆ ਹੈ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਮਾਇਆ ਦੇ ਅਨੇਕ ਹੀ ਰੂਪ ਨੇ, ਇੱਕ ਅੱਧਾ ਨਹੀਂ। ਆਹ ਨਹੀਂ ਵੀ ਜਿਹੜੀ ਸਾਹਮਣੇ ਮਾਇਆ ਦਿਸ ਰਹੀ ਹੈ, ਮੱਥਾ ਟੇਕਿਆ ਸੰਗਤ ਨੇ ਵੀ ਇਹ ਮਾਇਆ ਹੈ। ਇਸ ਮਾਇਆ ਦਾ ਤਾਂ ਸਾਰਿਆਂ ਨੂੰ ਪਤਾ। ਮਾਇਆ ਉਹ ਹੁੰਦੀ ਹੈ ਚੰਗਾ ਭਲਾ ਬੰਦਾ, ਸਿਆਣਾ ਬਿਆਣਾ ਬੰਦਾ, ਉਸ ਤੋਂ ਗਲਤੀ ਕਰਵਾਉਂਦੀ ਹੈ। ਲੋਕਾਂ ਨੂੰ ਉਪਦੇਸ਼ ਦੇਣ ਵਾਲੇ, ਮੈਂ ਉਪਦੇਸ਼ ਸੁਣੇ ਨੇ, ਜਿਨ੍ਹਾਂ ਸੰਤਾਂ ਮਹਾਤਮਾ ਨੂੰ ਜੇਲ੍ਹ ਹੋਈ ਹੈ ਨਾ, ਮੈਂ ਇਹਨਾਂ ਦੇ ਉਪਦੇਸ਼ ਸੁਣੇ ਨੇ, ਬਹੁਤ ਵਧੀਆ ਉਪਦੇਸ਼ ਨੇ, ਕੋਈ ਮਾੜਾ ਉਪਦੇਸ਼ ਨਹੀਂ ਦਿੱਤਾ। ਪਰ ਮਾਇਆ ਨੇ ਪ੍ਰਭਾਵਿਤ ਕਰਕੇ ਕੋਈ ਪੁੱਠਾ ਕੰਮ ਕਰਵਾਤਾ ਤੇ ਜੇਲ੍ਹ ਹੋ ਗਈ। ਕਈ ਵਾਰੀ ਵੱਡੇ ਵੱਡੇ ਬੰਦਿਆਂ ਦੀ ਮੱਤ ਮਾਰੀ ਜਾਂਦੀ ਹੈ। ਹਾਲਾਂਕਿ ਤੂੰ ਤਾਂ ਯਾਰ ਸਿਆਣਾ ਬਿਆਣਾ ਸੀ, ਹੈ, ਤੂੰ ਤਾਂ ਲੋਕਾਂ ਨੂੰ ਸਿੱਖਿਆ ਦਿੰਦਾ ਸੀ, ਤੂੰ ਕੀ ਕੀਤਾ? ਇਹ ਮਾਇਆ ਦਾ ਪ੍ਰਭਾਵ ਹੋ ਗਿਆ ਹੈ। ਮਾਇਆ ਐਸੀ ਪ੍ਰਬਲ ਹੈ
ਕਿ ਜਿਹੜਾ ਬੰਦੇ ਦੇ ਪ੍ਰਭਾਵ ਹੇਠਾਂ ਨਾ ਉਹਦੀ ਮੱਤ ਮਾਰੀ ਜਾਂਦੀ ਹੈ, ਫਿਰ ਉਸ ਤੋਂ ਗਲਤੀ ਹੁੰਦੀ ਹੈ, ਫਿਰ ਉਹ ਪਛਤਾਵਾ ਹੱਥ ਰਹਿੰਦਾ ਹੈ। ਇਸ ਲਈ ਸਿਰਫ ਉਹੀ ਬਚਦਾ ਹੈ ਜਿਸ 'ਤੇ ਗੁਰੂ ਦੀ ਕਿਰਪਾ ਹੋਵੇ, ਨਹੀਂ ਬਚਦਾ। ਨਿਰਾ ਗੁਰੂ ਵਾਲਾ ਨਹੀਂ ਬਚਦਾ, ਜਿਸ 'ਤੇ ਗੁਰੂ ਦੀ ਕਿਰਪਾ ਹੈ ਉਹ ਸੁਚੇਤ ਰੱਖਦਾ ਮਨੁੱਖ ਨੂੰ ਕਿ ਦੇਖੀ ਕਈ ਰਾਜਿਆਂ ਨੂੰ ਉਹਨਾਂ ਦੇ ਗੁਰੂ ਨੇ ਕਿਹਾ ਵੀ ਆਹ ਜਿਹੜਾ ਸਾਹਮਣੇ ਬੌਣਾ ਜਿਹਾ ਬੰਦਾ ਹੈ ਨਾ, ਪੰਡਿਤ ਬਣ ਕੇ, ਇਹਦੀਆਂ ਗੱਲਾਂ 'ਚ ਨਾ ਆ ਜਾਈਂ, ਇਹਦੀਆਂ ਗੱਲਾਂ 'ਚ ਨਾ ਆ ਜਾਈਂ, ਇਹ ਤੈਨੂੰ ਠੱਗਣ ਆਇਆ। ਪਰ ਰਾਜੇ 'ਚ ਹਉਮੈ ਸੀ। ਬੋਲੋ ਜੀ ਪੰਡਿਤ ਜੀ, ਕੀ ਚਾਹੀਦਾ? ਕਹੇ ਜੀ ਮੈਨੂੰ ਬਹੁਤਾ ਕੁਛ ਤਾਂ ਨਹੀਂ ਚਾਹੀਦਾ। ਹੈ ਸੀ ਵਿਸ਼ਨੂੰ ਮਹਾਰਾਜ, ਗਰੀਬੜਾ ਜਿਹਾ ਮਧਰਾ ਜਿਹਾ ਕੱਦ ਬਣਾ ਕੇ ਆ ਕੇ ਪੰਡਿਤ ਬਣ ਕੇ। ਅੱਗੋਂ ਰਾਜੇ ਨੂੰ ਦਾਨੀ ਹੋਣ ਦਾ ਹਉਮੈ ਸੀ ਵੀ ਮੇਰੇ ਜਿੱਡਾ ਦਾਨੀ ਕੋਈ ਨਹੀਂ। ਰਾਜੇ ਨੂੰ ਪੁੱਛੇ ਵੀ ਤੂੰ ਤੇਰਾ ਜਿਹੜਾ ਖਜ਼ਾਨਾ ਹੈ, ਕੀ ਤੇਰੀ 10 ਨੌਂ ਦੀ ਕਿਰਤ? ਇਹ ਤਾਂ ਲੋਕਾਂ ਦੇ ਟੈਕਸ ਲੈਣ ਤੂੰ ਆਪਣੇ ਕੋਲੋਂ ਕੀ ਦੇ ਰਿਹਾ? ਮੈਂ ਤੁਹਾਡੇ ਤੋਂ ਪੈਸੇ ਇਕੱਠੇ ਕਰਕੇ ਅੱਗੇ ਕਿਸੇ ਲੜਕੀ ਦਾ ਵਿਆਹ ਕਰ ਦਿੰਦਾ ਅਤੇ ਕ੍ਰੈਡਿਟ ਮੈਂ ਆਪ ਲਾਂ ਵੀ ਜੈਮਲ ਸਿੰਘ ਨੇ ਕੁੜੀ ਦਾ ਵਿਆਹ ਕੀਤਾ ਹੈ। ਪੈਸੇ ਲੋਕਾਂ ਦੇ ਨੇ, ਪੈਸੇ ਲੋਕਾਂ ਦੇ ਨੇ। ਹਾਂ, ਆਪਣੀ ਕਮਾਈ 'ਚ ਮੈਂ ਵਿਆਹ ਕਰਾਂ ਫਿਰ ਮੈਂ ਕਹਿ ਸਕਦਾ। ਸਰਕਾਰ ਸਾਡੇ ਹੀ ਪੈਸੇ ਸਾਡੇ 'ਤੇ ਜਦੋਂ ਲਾਉਂਦੀ ਹੈ, 100 'ਚ 50 ਰੁਪਏ ਲਾਉਂਦੀ, 50 ਲਾਜ ਹੀ ਖਾ ਖੂ ਜਾਂਦੇ ਲੋਕ। ਸਾਡੇ ਤੋਂ ਟੈਕਸ ਲੈ ਕੇ ਸਾਡੀ ਸੜਕ ਬਣਾਉਂਦੀ ਹੈ, ਉਸ ਦੇ ਵਿੱਚੋਂ 50% ਸਾਰੇ ਰਲ ਕੇ ਖਾ ਜਾਂਦੇ ਨੇ। ਲੱਖ ਦੀ ਥਾਂ 'ਤੇ 50,000 ਰੁਪਈਆ ਲਾਇਆ, ਫਿਰ ਕਹਿੰਦੇ ਸਾਡੇ ਗਲ 'ਚ ਹਾਰ ਪਾਓ ਅਤੇ ਤਾੜੀਆਂ ਵਜਾਓ ਵੀ ਤੁਹਾਡਾ ਬੜਾ ਬੜਾ ਧੰਨਵਾਦ ਹੈ ਜੀ, ਤੁਸੀਂ ਸਾਡੀ ਸੜਕ ਬਣਾਤੀ ਹੈ। ਉਹ ਜਿਹੜਾ 50,000 ਖਾ ਗਏ, ਉਹ ਨਾਲੇ 50,000 ਖਾ ਗਏ ਲੱਖ 'ਚੋਂ, ਨਾਲ ਕਿ ਤਾੜੀਆਂ ਵਜਾਓ ਅਤੇ ਸਾਡੇ ਗਲ 'ਚ ਹਾਰ ਪਾਓ ਵੀ ਤੁਸੀਂ ਆਪਣੇ ਕੋਲੋਂ ਕੋਈ ਦਵਾਨੀ ਲਾਈ ਹੈ? ਤਾੜੀਆਂ ਤਾਂ ਮਾਰੀਏ, ਹਾਰ ਤਾਂ ਤੁਹਾਡੇ ਗਲ 'ਚ ਪਾਈਏ, ਤੁਸੀਂ ਆਪਣੀ ਜੇਬ ਦੇ ਵਿੱਚ ਕੁਛ ਖਰਚਿਆ ਹੋਵੇ। ਸਾਡੇ ਪੈਸੇ ਲੈ ਕੇ ਉਹਦੇ ਵਿੱਚ ਵੀ ਖਾ ਕੇ ਬਾਕੀ ਲਾ ਕੇ ਫਿਰ ਕਹਿੰਦੇ ਨਾ ਜੀ ਬੱਲੇ 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 ਤੁਹਾਡਾ ਆਹ ਕਰਤਾ ਸੀ, ਉਹ ਕਰਤਾ, ਅਤੇ ਲੋਕ ਵੀ ਤਾੜੀਆਂ ਮਾਰਦੇ ਨਾ, ਜੀ ਹਾਂ ਸਾਡਾ ਕੰਮ ਹੋ ਗਿਆ। ਲੋਕ ਵਿਚਾਰੇ ਭੋਲੇ ਨੇ, ਕਿਆ ਕਰਨ? ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਲੋਕ ਚਲਾਕ ਨੇ। ਇਹ ਹੀ ਮਾਇਆ। ਕਬੀਰ ਸਾਹਿਬ ਕਹਿੰਦੇ ਮਾਇਆ ਆਈ ਅਨੇਕਾਂ ਭੇਖ ਧਾਰਨ ਕਰਕੇ ਮੈਨੂੰ ਪ੍ਰਭਾਵਿਤ ਕਰਨ ਆਈ ਕਿ ਮੇਰਾ ਧਿਆਨ ਧਰਮ ਵੱਲੋਂ ਹਟ ਜੇ। ਹਮ ਰਾਖੇ ਗੁਰ ਆਪਣੇ, ਪਰ ਸਾਡੇ ਗੁਰੂ ਨੇ ਸਾਡੀ ਰੱਖਿਆ ਕੀਤੀ। ਉਨ ਕੀਨੋ ਆਦੇਸ, ਉਨ ਨੰਨੇ ਨੂੰ ਸੈਰੀ ਲਾਈ ਇਸ ਲਈ ਕਿ ਉਨ ਇਸਤਰੀਲਿੰਗ ਸ਼ਬਦ ਹੈ। ਉਨ ਭਾਵ ਮਾਇਆ, ਅਤੇ ਮਾਇਆ ਨੇ ਸਾਨੂੰ ਨਮਸਕਾਰ ਕੀਤੇ ਵੀ ਬੱਲੇ ਵੀ ਬੱਲੇ, ਤੂੰ ਮੇਰੇ ਅੜਿੱਕੇ 'ਚ ਨਹੀਂ ਆਇਆ। ਉਹ ਕਹਿੰਦੇ ਤੂੰ ਮੇਰੇ ਤੋਂ ਮਹਾਨ ਹੈ ਕਬੀਰ। ਮਾਇਆ ਨੇ ਫਿਰ ਨਮਸਕਾਰ ਕੀਤੀ। ਸੋ ਇਸ ਲਈ ਮਾਇਆ ਤੋਂ ਕੋਈ ਵਿਰਲਾ ਟਾਵਾਂ ਹੀ ਬਚਦਾ ਹੈ, ਵਿਰਲਾ ਟਾਵਾਂ। ਹੁਣ ਦੇਖੋ ਫਿਰ ਭਗਤ ਰਵਿਦਾਸ ਜੀ ਨੇ ਜੁੱਤੀਆਂ ਗੰਢਦੇ ਸਿਉਂਦੇ ਨੇ, ਗਰੀਬ ਤਬਕੇ ਨਾਲ ਸੰਬੰਧ ਰੱਖਦੇ ਨੇ, ਝੌਂਪੜੀ 'ਚ ਰਹਿੰਦੇ ਨੇ, ਪਰਿਵਾਰ ਵਾਲੇ ਨੇ, ਆਪਣੀ 10 ਉਹਨਾਂ ਦੀ ਕਿਰਤ ਕਰਕੇ ਪਰਿਵਾਰ ਪਾਲਦੇ ਨੇ। ਭਗਵਾਨ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆ ਗਿਆ ਵੀ ਦੇਖਾਂ ਤਾਂ ਸਹੀ ਮੈਂ ਆਪਣੇ ਭਗਤ ਨੂੰ, ਕੀ ਇਹ ਮਾਇਆ ਦੇ ਪ੍ਰਭਾਵ 'ਚ ਆਉਂਦਾ? ਕਿਉਂਕਿ ਜਿੰਨਾ ਚਿਰ ਇਮਤਿਹਾਨ ਨਾ ਹੋਵੇ ਉਹਨਾਂ 'ਚ ਤਾਂ ਹਰ ਇੱਕ ਹੀ ਕਹੂ ਮੈਂ ਵਧੀਆ। ਹੁਣ ਬੱਚੇ ਨੂੰ ਪਹਿਲਾਂ ਕੀ ਸੀ, ਹੁਕਮ ਸੀ 8ਵੀਂ ਤੱਕ ਕਿਸੇ ਨੂੰ ਫੇਲ ਹੀ ਨਹੀਂ ਕਰਨਾ,
ਪਹਿਲੀ ਤੋਂ ਦੂਜੀ, ਦੂਜੀ ਤੀਜੀ, ਤੀਜੀ ਚੌਥੀ। ਨਾ ਕਿਸੇ ਨੂੰ ਫੇਲ ਕਰਨਾ ਹੈ, ਨਾ ਕਿਸੇ ਦੀ ਗੈਰ ਹਾਜ਼ਰੀ ਲਾਉਣੀ ਹੈ, ਨਾ ਹੀ ਕਿਸੇ ਦਾ ਨਾਮ ਕੱਟਣਾ। ਬੱਚਾ ਘਰ ਹੈ, ਉਹਦਾ ਸਕੂਲ 'ਚ ਨਾਮ ਚੱਲ ਰਿਹਾ, ਹਾਜ਼ਰੀ ਲੱਗ ਰਹੀ ਹੈ। ਕਹਿੰਦੇ ਜਿਹੜਾ ਇੱਕ ਵਾਰੀ ਦਾਖਲ ਹੋ ਗਿਆ ਉਹਦਾ ਨਾਮ ਨਹੀਂ ਕੱਟਣਾ, ਉਹਦੀ ਗੈਰ ਹਾਜ਼ਰੀ ਵੀ ਨਹੀਂ ਲਾਣੀ, ਉਹਨੂੰ ਫੇਲ ਵੀ ਨਹੀਂ ਕਰਨਾ। 8ਵੀਂ ਤੱਕ ਕਈ ਕਰਦੇ ਨੇ। ਬਹਿ ਪੱਠਾ ਗਿਆ ਪੰਜਾਬ ਦਾ। ਜਦ ਪੱਠਾ ਬਹਿ ਗਿਆ ਤੇ ਫਿਰ ਯਾਦ ਹੈ ਵੀ ਉਹ ਹੁਣ 5ਵੀਂ ਦਾ ਇਮਤਿਹਾਨ ਵੀ ਹੋਣ ਲੱਗ ਪਿਆ ਅਤੇ 8ਵੀਂ ਦਾ ਵੀ ਹੋਣ ਲੱਗ ਪਿਆ। ਡਰ ਤੋਂ ਬਿਨਾਂ ਕਿਵੇਂ ਕੁਛ ਹੋ ਸਕਦਾ? ਡਰ ਇਹ ਹੁਣ ਕਈ ਲੋਕ ਬਾਹਰ ਬੜਾ ਜੀ, ਉਹ ਮੈਂ ਬਾਹਰ ਡਰ ਬਹੁਤ ਜ਼ਿਆਦਾ ਹਿੰਦੁਸਤਾਨ ਨਾਲੋਂ। ਹਿੰਦੁਸਤਾਨ ਦੇ ਡਰ ਹੀ ਕੋਈ ਨਹੀਂ। ਬਾਹਰ ਤਾਂ ਤੁਸੀਂ ਸੜਕ 'ਤੇ ਥੁੱਕਦਾ ਨਾ, $100 ਤੁਹਾਨੂੰ ਨਾ ਜੁਰਮਾਨਾ ਕਰ ਦੇਣਾ ਨਾਲ ਦੀ ਨਾਲ। ਥੁੱਕ $100 ਤੁਸੀਂ ਕਮਾਇਆ ਨਹੀਂ ਸਾਰੇ ਦਿਨ 'ਚ, ਗਲਤੀ ਨਾਲ ਥੁੱਕਤਾ ਹੈ ਸੜਕ 'ਤੇ, $100 ਜੁਰਮਾਨਾ। ਉਹ 'ਤੇ ਕੋਈ ਕੁੱਟਦੇ ਮਾਰਦੇ ਨਹੀਂ ਪੁਲਿਸ ਵਾਲੇ, ਕੁਛ ਨਹੀਂ ਕਹਿੰਦੇ। ਤੁਹਾਨੂੰ ਨੰਗ ਕਰ ਦਿੰਦੀ ਹੈ ਸਰਕਾਰ। ਜੁਰਮਾਨਾ ਇੰਨਾ ਕਰਦੀ ਤੁਹਾਡਾ ਮੁੜ ਕੇ ਹੌਸਲਾ ਹੀ ਨਹੀਂ ਪੈਂਦਾ ਗਲਤੀ ਕਰਨ ਦਾ। ਜੁਰਮਾਨਾ ਹੀ ਇੰਨਾ ਕਰ ਦਿੰਦੇ। ਤੁਸੀਂ ਡਰਾਈਵ ਕਰ ਰਹੇ ਹੋ, ਤੁਹਾਡੇ ਤੋਂ ਪਹਿਲੀ ਵਾਰੀ ਗਲਤੀ ਹੋ ਗਈ, ਤੁਹਾਡੇ ਜਿਹੜਾ ਹੈਗਾ ਡਰਾਈਵ ਲਾਇਸੈਂਸ ਉਹ 'ਤੇ ਨਿਸ਼ਾਨੀ ਲਾ ਦੇਣਗੇ। ਦੂਜੀ ਵਾਰੀ ਗਲਤੀ ਹੋ ਗਈ, ਦੂਜੀ ਨਿਸ਼ਾਨੀ। ਜੇ ਤੀਜੀ ਵਾਰੀ ਗਲਤੀ, ਤੁਹਾਡਾ ਲਾਇਸੈਂਸ ਹੀ ਕੈਂਸਲ ਕਰ ਦੇਣੇ ਵੀ ਤੂੰ ਗੱਡੀ ਚਲਾ ਹੀ ਨਹੀਂ ਸਕਦਾ, ਖਤਮ ਕੰਮ, ਜਾ ਸਾਰੀ ਉਮਰ ਫਿਰੀ ਜਾ, ਸਾਰੀ ਉਮਰ ਫਿਰੀ ਜਾ। ਇਹ ਇੰਨੀ ਸਖਤਾਈ ਹੈ ਤਾਂ ਉੱਥੇ ਲੋਕ ਤੁਹਾਨੂੰ ਚੰਗੇ ਦਿਸਦੇ ਨੇ। ਚੰਗਾ ਚੁੰਗਾ ਕੋਈ ਨਹੀਂ ਹੈ ਕਿਤੇ ਵੀ। ਸਾਰੀ ਦੁਨੀਆ ਚੋਰ ਡਾਕੂ ਲਟੇਰੇ ਹੈ। ਜਿਹੜੇ ਚੰਗੇ ਦਿਸ ਰਹੇ ਨੇ ਇਹ ਤਾਂ ਡਰਪੋਕ ਨੇ, ਉਂਝ ਨਹੀਂ ਦਿਲੋਂ ਚੰਗੇ। ਇਹ ਡਰਪੋਕ ਨੇ। ਕੋਈ ਲੋਕਾਂ ਤੋਂ ਡਰ ਰਿਹਾ ਹੈ, ਕੋਈ ਰਿਸ਼ਤੇਦਾਰਾਂ ਤੋਂ ਡਰ ਰਿਹਾ ਹੈ, ਕੋਈ ਮਾਂ ਪਿਓ ਤੋਂ ਡਰ ਰਿਹਾ ਹੈ, ਕੋਈ ਸਰਕਾਰ ਦੇ ਕਾਨੂੰਨ ਤੋਂ ਡਰ ਰਿਹਾ ਹੈ। ਡਰਪੋਕ ਜਿਹੜਾ ਹੈ ਸਿਰਫ ਉਹੀ ਸ਼ਰੀਫ ਹੈ। ਅਸਲ 'ਚ ਸ਼ਰੀਫ ਤੇ ਲੱਖ 'ਚ ਕੋਈ ਇੱਕ ਅੱਧਾ ਹੋਣਾ, ਲੱਖ 'ਚ ਕੋਈ ਇੱਕ ਅੱਧਾ ਹੋਣਾ ਜਿਹੜਾ ਵਾਕਈ ਸ਼ਰੀਫ ਹੋਵੇ। ਅਤੇ ਹੈ ਨਾ ਫਿਰ ਕਬੀਰ ਵਰਗੇ ਲੱਖਾਂ 'ਚ ਇੱਕ ਅੱਧੇ ਜਿਹਨਾਂ 'ਤੇ ਮਾਇਆ ਦਾ ਪ੍ਰਭਾਵ ਨਹੀਂ ਹੈਗਾ। ਐਂ ਹੀ ਭਗਤ ਰਵਿਦਾਸ ਜੀ ਨੂੰ ਭਗਵਾਨ ਆ ਗਏ, ਸਾਧੂ ਬੜੇ ਜੁੱਤੀਆਂ ਗਣਾਉਂਦਾ। ਕਹਿੰਦੇ ਭਗਤ ਜੀ, ਭਗਤ ਗਰੀਬ ਚੰਗਾ ਨਹੀਂ ਲੱਗਦਾ। ਜੇ ਭਗਤ ਹੀ ਗਰੀਬ ਹੈ, ਲੋਕਾਂ ਨੇ ਭਗਤੀ ਨਹੀਂ ਕਰਨੀ ਵੀ ਇਹਨੂੰ ਭਜਨ ਬੰਦਗੀ ਕਰਕੇ ਇਹ ਕਿਹੜਾ ਅਮੀਰ ਹੋਇਆ? ਕੀ ਫਾਇਦਾ ਰਾਮ ਰਾਮ ਕਰਨ ਦਾ? ਆਪਣਾ ਮੌਜ ਕਰੋ। ਭਜਨ ਬੰਦਗੀ ਵਾਲਾ ਜੇ ਗਰੀਬ ਹੋਵੇਗਾ, ਭਜਨ ਅਸਰ ਨਹੀਂ ਪੈਂਦਾ। ਭਜਨ ਬੰਦਗੀ ਵਾਲਾ ਅਮੀਰ ਹੋਵੇ ਤਾਂ ਹੀ ਲੋਕਾਂ 'ਤੇ ਅਸਰ ਹੈਗਾ ਨਾ ਵੀ ਹਾਂ ਭਜਨ ਬੰਦਗੀ ਕਰਕੇ ਬੰਦਾ ਅਮੀਰ ਹੋ ਜਾਂਦਾ, ਸੁਖੀ ਹੋ ਜਾਂਦਾ। ਇਸ ਲਈ ਤੁਸੀਂ ਆਹ ਲਓ, ਮੇਰੇ ਕੋਲ ਇੱਕ ਰਸਾਇਣ ਹੈ, ਜਿਹਨੂੰ ਪਾਰਸ ਕਹਿੰਦੇ ਨੇ। ਕਹਿੰਦੇ ਲੋਹੇ ਨਾਲ ਇਸ ਨੂੰ ਛੋਹੋਗੇ ਨਾ, ਸੋਨਾ ਹੋ ਜਾਏਗਾ। ਆਹ ਤੁਹਾਡੇ ਲੋਹੇ ਜਿਹੜੇ ਹਥਿਆਰ ਤੁਹਾਡੇ ਕੋਲ ਹੈਗੇ, ਜੁੱਤੀਆਂ ਗੰਢਣ ਗੁੰਢਣ ਵਾਲੇ, ਇਹ ਪਾਰਸ ਨਾਲ ਛੋਕੇ ਨਾਲ ਬਣਾ ਲਓ ਸੋਨਾ, ਅਤੇ ਬਾਜ਼ਾਰ 'ਚ ਵੇਚ ਕੇ ਵਧੀਆ ਪਾਓ ਘਰ ਅਤੇ ਮੌਜ ਕਰੋ। ਠੀਕ ਹੈ, ਭਜਨ ਬੰਦਗੀ ਬੜੀ ਖੁਸ਼ੀ ਨਾਲ ਕਰੋ, ਪਰ ਆਹ ਕਰੋ ਉਹ ਕਿ ਸਾਨੂੰ ਨਹੀਂ ਚਾਹੀਦੀ ਜੀ। ਅਸੀਂ ਤਾਂ ਆਪਣੀ 10-9 ਦੀ ਕਿਰਤ ਕਰਕੇ ਪਰਿਵਾਰ ਪਾਲਣਾ, ਸਾਨੂੰ ਨਹੀਂ ਇਹੋ ਜਿਹੀ ਮਾਇਆ ਚਾਹੀਦੀ। ਭਗਵਾਨ ਕਹਿੰਦਾ ਮੈਂ 1 ਸਾਲ ਲਈ, ਸਾਧੂ ਕਹਿੰਦਾ ਮੈਂ 1 ਸਾਲ ਲਈ ਨਾ ਯਾਤਰਾ 'ਤੇ ਚੱਲਿਆ, ਆਹ ਰੱਖ ਲਓ, ਜੇ ਲੋੜ ਪਈ ਇਹਨੂੰ ਵਰਤ ਲਿਓ। ਭਗਤ ਰਵਿਦਾਸ ਜੀ ਕਹਿੰਦੇ ਮਹਾਤਮਾ ਜੀ ਨਾਲ ਹੀ ਲੈ ਜਾਓ, ਸਾਨੂੰ ਨਹੀਂ ਚਾਹੀਦੀ। ਕਹਿੰਦੇ ਨਹੀਂ ਮੈਂ ਨਾਲ ਨਹੀਂ ਚੱਕਣੀ। ਕਹਿ ਚੰਗਾ ਫਿਰ ਉੱਥੇ ਛੰਨ ਜਿਹੜੀ ਹੈ ਨਾ, ਉਹਦੇ ਜਿਹੜਾ ਡੰਡਾ ਉਹਦੇ ਨਾਲ ਬੰਨ੍ਹ ਜਾਓ ਫਿਰ ਕੱਪੜੇ 'ਚ, ਆ ਕੇ ਫਿਰ ਲੈ ਜਾਓ। ਸਾਲ ਬਾਅਦ ਪਰਮਾਤਮਾ ਸਾਧੂ ਦਾ ਰੂਪ ਧਾਰ ਕੇ ਫਿਰ ਆ ਗਿਆ ਹੈ। ਦੇਖਦੇ ਵੀ ਉਹ ਤਾਂ ਉਸੇ ਤਰ੍ਹਾਂ ਹੀ ਇਹਨਾਂ ਦਾ ਵਰਤੀ ਨਹੀਂ। ਕਹਿੰਦੇ ਭਗਤ ਜੀ ਤੁਸੀਂ ਉਹ ਫਿਰ ਪਾਰਸ ਵਰਤਿਆ ਨਹੀਂ। ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਇਹੀ ਕਮਾਈ ਨਹੀਂ ਚਾਹੀਦੀ, ਮੈਂ ਤਾਂ ਆਹੀ ਜੁੱਤੀਆਂ ਗੰਢ ਕੇ ਦੱਸਿਓ ਕਿ ਆਪਣੇ ਪਰਿਵਾਰ ਦਾ ਪਾਲਣਾ ਕਰਨੇ, ਮੈਨੂੰ ਇਹੀ ਤਾਂ ਨਹੀਂ ਚਾਹੀਦਾ। ਭਗਵਾਨ ਬੜਾ ਖੁਸ਼ ਹੋਇਆ, ਲੈ ਗਿਆ ਆਪਣਾ ਪਾਰਸ। ਫਿਰ ਕੀ ਹੋਇਆ?
ਅਗਲੇ ਦਿਨ ਜਦੋਂ ਭਗਤ ਰਵਿਦਾਸ ਜੀ ਭਜਨ ਬੰਦਗੀ ਕਰਕੇ ਉੱਠੇ, ਪੁਰਾਣੇ ਜ਼ਮਾਨੇ ਬੋਰੀਆਂ ਵਿਛਾ ਕੇ ਧਰਤੀ 'ਤੇ ਬਹਿੰਦੇ ਹੁੰਦੇ ਸਨ ਸਾਧੂ ਮਹਾਤਮਾ। ਅੱਜ ਕੱਲ੍ਹ ਤਾਂ ਆਪਾਂ ਆਪਣੇ ਵਧੀਆ ਵਧੀਆ ਪੋਲੇ ਪੋਲੇ ਬੈੱਡ ਨੇ, ਉਹ ਢੋਲ ਲਾ ਕੇ ਭਜਨ ਬੰਦਗੀ ਕਰਦੇ ਹਾਂ। ਉਹ ਫਿਰ ਕਈ ਵਾਰੀ ਸੁੱਖ ਹੋ ਜਾਂਦਾ ਸਰੀਰ ਨੂੰ, ਨੀਂਦ ਆਉਂਦੀ ਹੈ। ਹੇਠਾਂ ਧਰਤੀ 'ਤੇ ਬਹਿਣਾ ਬੋਰੀ ਵਿਛਾ ਕੇ, ਆਪੇ ਚੁੱਭਦੀ ਰਹਿੰਦੀ ਸੀ, ਨੀਂਦ ਨਹੀਂ ਸੀ ਆਉਂਦੀ ਹੁੰਦੀ। ਮੈਂ ਵੀ MA 'ਚ ਜਾ ਕੇ ਮੰਜੇ 'ਤੇ ਬੈਠ ਕੇ ਪੜ੍ਹਨ ਲੱਗਾ। ਮੈਂ BA ਤੱਕ ਨਾ ਧਰਤੀ 'ਤੇ ਬੈਠ ਕੇ ਬੋਰੀ ਵਿਛਾ ਕੇ ਪੜ੍ਹਦਾ ਰਿਹਾ। ਹੌਲੀ ਹੌਲੀ ਫਿਰ ਜਿਹੜਾ ਹੈ ਬੰਦਾ ਸੁੱਖ ਰਹਿਣਾ ਹੋ ਜਾਂਦਾ ਹੈ। ਖੈਰ, ਜਦੋਂ ਬੋਰੀ ਚੱਕੀ, ਹੇਠਾਂ 5 ਸੋਨੇ ਦੀ ਮੋਹਰਾਂ। ਪਰਮਾਤਮਾ ਨੇ ਸੋਚਿਆ ਵੀ ਦੇਖਦੇ ਹਾਂ ਭਲਾ, ਪਰ ਜਦੋਂ ਚੱਕੀਆਂ ਤੇ ਆਲੇ 'ਚ ਰੱਖਤੀਆਂ। ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ, ਵਿੱਚ ਆਲੇ ਰੱਖੇ ਹੁੰਦੇ ਸਨ। ਕਿਸੇ ਦੀਵਾ ਜਗਾਤਾ, ਕਿਸੇ ਕੋਈ ਚੀਜ਼ ਰੱਖਤੀ। ਦੂਜਾ ਦਿਨ, ਤੀਜਾ ਦਿਨ ਰੋਜ਼ 5 ਸੋਨੇ ਦੀਆਂ ਮੋਹਰਾਂ ਹੋਣੀਆਂ। ਭਗਤ ਜੀ ਨੇ ਨਹੀਂ ਵਰਤੀਆਂ। ਆਕਾਸ਼ਬਾਣੀ ਹੋਈ, ਭਗਤ ਰਵਿਦਾਸ ਜੀ, ਇਹ ਅਸੀਂ ਤੁਹਾਨੂੰ ਮਾਇਆ ਦੇ ਰਹੇ ਹਾਂ, ਇਹ ਮਾਇਆ ਵਰਤੋ, ਧਰਮਸ਼ਾਲਾ ਬਣਾਓ, ਸਵੇਰੇ ਸ਼ਾਮ ਸਤਸੰਗ ਕਰਿਆ ਕਰੋ, ਲੰਗਰ ਲਾਓ, ਇਸ ਮਾਇਆ ਦੀ ਵਰਤੋਂ ਕਰੋ। ਫਿਰ ਭਗਤ ਜੀ ਨੇ ਉਸ ਮਾਇਆ ਦੀ ਵਰਤੋਂ ਕੀਤੀ, ਧਰਮਸ਼ਾਲਾ ਬਣਾਈ, ਜਿਹਨੂੰ ਅੱਜ ਕੱਲ੍ਹ ਆਪਾਂ ਗੁਰਦੁਆਰਾ ਮੰਦਿਰ ਕਹਿੰਦੇ। ਫਿਰ ਸਤਸੰਗ ਹੋਣ ਲੱਗੀ, ਸੰਗਤ ਇਕੱਠੀ ਹੋਣ ਲੱਗੀ। ਸੋ ਇਸ ਲਈ ਇਹ ਮਾਇਆ ਅਨੇਕਾਂ ਰੂਪ ਧਾਰਨ ਕਰਕੇ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ, ਪਰ ਕਹਿੰਦੇ ਉਹੀ ਬਚਦਾ ਜਿਸ 'ਤੇ ਗੁਰੂ ਦੀ ਕਿਰਪਾ ਹੋਵੇ। ਹਮ ਰਾਖੇ ਗੁਰ ਆਪਣੇ, ਗੁਰੂ ਨੇ ਸਾਡੀ ਮਾਇਆ ਤੋਂ ਰੱਖਿਆ ਕੀਤੀ। ਉਨ ਕੀਨੋ ਆਦੇਸ, ਅਤੇ ਮਾਇਆ ਨੇ ਸਾਨੂੰ ਨਮਸਕਾਰ ਕੀਤੇ ਵੀ ਤੁਸੀਂ ਧੰਨ ਹੋ, ਧੰਨ ਹੋ। ਅੱਗੇ ਕਹਿੰਦੇ, ਕਬੀਰ ਸੋਈ ਮਾਰੀਐ, ਜਿਹੇ ਮੂਐ ਸੁਖ ਹੋਏ, ਭਲੋ ਭਲੋ ਸਭ ਕੋ ਕਹੈ, ਬੁਰੋ ਨ ਮਾਨੈ ਕੋਇ। ਕਬੀਰ ਸੋਈ ਮਾਰੀਐ, ਜਿਹੇ ਮੂਐ ਸੁਖ ਹੋਏ, ਉਹਨੂੰ ਮਾਰੋ ਜਿਸ ਦੇ ਮਰਨ ਨਾਲ ਸੁੱਖ ਹੋ ਜਾਏ। ਮਨੁੱਖ ਦੁਖੀ ਹੈ, ਮਨੁੱਖ ਦੁਖੀ, ਨਾਨਕ ਦੁਖੀਆ ਸਭ ਸੰਸਾਰ। ਇੱਕ ਅੱਧਾ ਨਹੀਂ, ਸਾਰੇ ਲੋਕ ਹੀ ਦੁਖੀ ਨੇ। 2600 ਸਾਲ ਪਹਿਲਾਂ ਇਹੀ ਗੱਲ ਮਹਾਤਮਾ ਬੁੱਧ ਨੇ ਕਹੀ ਸੀ, ਇਹ ਸੰਸਾਰ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਕਾਰਨ ਸਾਡੀਆਂ ਤ੍ਰਿਸ਼ਨਾਵਾਂ ਹਨ, ਹੋਰ ਕੋਈ ਕਾਰਨ ਨਹੀਂ। ਲੋੜਾਂ ਦੁੱਖਾਂ ਦਾ ਕਾਰਨ ਨਹੀਂ। ਲੋੜਾਂ ਬਹੁਤ ਥੋੜ੍ਹੇ ਜਿਹੇ ਪੈਸੇ ਨਾਲ ਪੂਰੀਆਂ ਹੋ ਜਾਂਦੀਆਂ। ਆ ਲਾਕਡਾਊਨ ਦੇ ਵਿੱਚ ਸਰਕਾਰ ਨੇ ਕਹਿਤਾ 4 ਬੰਦਿਆਂ ਤੋਂ ਵੱਧ ਵਿਆਹ 'ਚ ਨਹੀਂ ਜਾ ਸਕਦੇ। ਬੜੇ ਵਿਆਹ ਹੋਏ, ਥੋੜ੍ਹੇ ਜਿਹੇ ਪੈਸੇ 'ਚ ਹੋ ਗਏ ਨਾ। ਹੁਣ ਸਰਕਾਰ ਨੇ ਕਹਿੰਦਾ 100 ਇਕੱਠਾ ਕਰ ਲਓ, ਹੌਲੀ ਹੌਲੀ 500 ਇਕੱਠਾ ਕਰ ਲਓ, ਫਿਰ ਲੱਖਾਂ ਰੁਪਈਏ ਵਿਆਹ 'ਤੇ ਖਰਚ ਆਉਣਗੇ। ਫਿਰ ਸਾਡੀ ਮੂਰਖਤਾ ਹੀ ਹੈ ਨਾ। ਜੇ 5 ਜਾਂ 4 ਬੰਦਿਆਂ ਨਾਲ ਵਿਆਹ ਹੁੰਦਾ ਤਾਂ 500 ਇਕੱਠਾ ਕਰਨ ਦੀ ਕੀ ਲੋੜ ਹੈ? ਕਿਉਂ ਪੈਸਾ ਬਰਬਾਦ ਕਰਦੇ ਹੋ? ਮੈਂ ਦੇਖਿਆ ਮਨੁੱਖ ਕੋਲ ਜੋ ਕੁਛ ਹੈ ਇਹਨੂੰ ਹੀ ਵਰਤਣਾ ਹੀ ਨਹੀਂ ਆਉਂਦਾ, ਇਹਨੂੰ ਵਰਤਣਾ ਹੀ ਨਹੀਂ ਆਉਂਦਾ। ਜੋ ਕੁਛ ਸਾਡੇ ਕੋਲ ਹੈ, ਅਗਰ ਸਾਨੂੰ ਕਿਤੇ ਉਹ ਸਹੀ ਵਰਤਣਾ ਆ ਜਾਏ, ਸਾਡੇ 'ਚ ਕੋਈ ਵੀ ਭੁੱਖਾ ਨਹੀਂ ਮਰ ਸਕਦਾ, ਸਾਡੇ 'ਚ ਕੋਈ ਆਤਮ ਹੱਤਿਆ ਨਹੀਂ ਕਰੇਗਾ। ਸਾਨੂੰ ਵਰਤਣਾ ਹੀ ਨਹੀਂ ਆਉਂਦਾ, ਪੈਸਾ ਸਾਨੂੰ ਵਰਤਣਾ ਹੀ ਨਹੀਂ ਆਉਂਦਾ। ਹਾਂ, ਉਜਾੜਨਾ ਜ਼ਰੂਰ ਆਉਂਦਾ। ਕਿਉਂ? ਅੰਦਰ ਹਉਮੈ ਹੈ, ਹਉਮੈ ਹੈ, ਅੰਦਰ ਫੁਕਰਾਪਨ ਹੈ। ਜੇ ਬਾਪ ਥੋੜ੍ਹਾ ਖਰਚਾ ਕਰਨ ਜਦੋਂ ਮੁੰਡਾ ਅੜ ਜਾਂਦਾ, ਮੁੰਡਾ ਅੜ ਜਾਂਦਾ, ਮੈਂ ਫਲਾਣੇ ਸੱਦਣਾ, ਉਹ ਫਿਰ ਕਰਜ਼ਾ ਚੜ੍ਹ ਜਾਂਦਾ।
ਜਦੋਂ 11ਵੀਂ 'ਚ ਮੈਂ ਇਕਨੋਮਿਕਸ ਪੜ੍ਹਨ ਲੱਗਾ ਤਾਂ ਮੈਨੂੰ ਜਿਹੜੀ ਸਮਝ ਉਸ 'ਚ ਆਈ ਉਹ ਬੜੀ ਜ਼ਬਰਦਸਤ ਸੀ। ਇਕਨੋਮਿਕਸ ਜਿਹਨੂੰ ਅਰਥ ਸ਼ਾਸਤਰ ਕਹਿੰਦੇ ਨੇ, ਉਹ 'ਚ ਖਾਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ ਕਿ ਪੈਸਾ ਉੱਥੇ ਲਾਓ ਜਿੱਥੇ ਰਿਟਰਨ ਆਉਣੀ ਹੈ। ਭਾਵ ਪੈਸਾ ਉੱਥੇ ਲਾਓ ਜਿੱਥੇ ਪੈਸੇ ਦੇ ਬਦਲੇ ਤੁਹਾਨੂੰ ਪੈਸੇ ਕੁਛ ਮਿਲਣੇ ਨੇ। ਮੰਨ ਲਓ ਮੈਂ ਬੈਂਕ 'ਚ ਪੈਸੇ ਜਮ੍ਹਾਂ ਕਰਾਤੇ ਨੇ, ਮੈਨੂੰ ਵਿਆਜ ਮਿਲੇਗੀ ਨਾ। ਮੈਂ ਪੈਸਿਆਂ ਦੀ ਮੱਝ ਖਰੀਦ ਲਈ ਹੈ, ਨਾਲੇ ਮੈਂ ਆਪ ਦੁੱਧ ਪੀਆਂਗਾ, ਨਾਲੇ ਮੱਝ ਦਾ ਦੁੱਧ ਪੀ ਕੇ ਜਿਹੜਾ ਕਰਜ਼ਾ ਲਿਆ ਉਹ ਉਤਾਰਾਂਗਾ। ਮੈਂ ਪੈਸੇ ਲੈ ਲਏ, ਕਰਜ਼ਾ ਚੱਕ ਲਿਆ, ਉਹ ਜਿਹੜਾ ਮੁੰਡੇ ਜਾਂ ਕੁੜੀ ਦਾ ਵਿਆਹ ਕਰਤਾ ਉਹ ਕਰਜ਼ਾ ਨਹੀਂ ਉਤਰੇਗਾ, ਕੋਈ ਰਿਟਰਨ ਹੀ ਨਹੀਂ ਆ ਰਹੀ, ਉਹਦਾ ਕੋਈ ਵਿਆਜ ਨਹੀਂ ਹੋਣਾ, ਉਸ ਤੋਂ ਸਾਨੂੰ ਕੋਈ ਆਮਦਨ ਨਹੀਂ ਹੋਣੀ। ਐਂ ਲੋਕਾਂ ਦੇ ਸਿਰ ਕਰਜ਼ੇ ਚੜ੍ਹਦੇ ਨੇ, ਫਿਰ ਉਤਰਦੇ ਨਹੀਂ ਹੈਗੇ। ਫਿਰ ਬਾਪੂ ਨੂੰ ਕਹਿੰਦੇ ਬਾਪੂ ਤੂੰ ਬੁੱਢਾ ਹੋ ਗਿਆ, ਜ਼ਮੀਨ ਸਾਰੀ ਕੁਰਕ ਹੋ ਜਾਏਗੀ, ਸਰਕਾਰ ਨੇ ਸਾਰੀ ਕੁਰਕ ਕਰ ਲੈਣੀ ਹੈ, ਤੂੰ ਮਾਰੀ ਜਾ। ਅਤੇ ਬੁੱਢਾ ਫਿਰ ਮਰ ਜਾਂਦਾ ਹੈ, ਅਤੇ ਚਲੋ ਸਾਰਾ ਕਰਜ਼ਾ ਮਾਫ ਹੋ ਗਿਆ, ਵੀ ਕਰਜ਼ਾ ਦੇਣ ਵਾਲਾ ਹੀ ਮਰ ਗਿਆ ਜੀ, ਕਰਜ਼ਾ ਦੇਣ ਵਾਲਾ ਹੀ ਮਰ ਗਿਆ ਹੈ। ਅਸੀਂ ਫਜ਼ੂਲ ਖਰਚ ਹਾਂ, ਸਾਨੂੰ ਪੈਸਾ ਵਰਤਣੇ ਨਹੀਂ ਆਉਂਦਾ। ਪੈਸਾ ਵਰਤਣ ਲਈ ਹੁੰਦਾ ਹੈ, ਖਰਚਣ ਲਈ ਨਹੀਂ ਹੁੰਦਾ। ਮੇਰੀ ਕਈ ਵਾਰੀ ਗੱਲ ਨਹੀਂ ਸਮਝ ਆਉਂਦੀ ਕਿ ਵਰਤਣ ਅਤੇ ਖਰਚਣ 'ਚ ਕੀ ਫਰਕ ਹੈ। ਪੈਸਾ ਵਰਤੀ ਦਾ, ਖਰਚੀ ਦਾ ਨਹੀਂ। ਜਿੱਥੇ ਲੋੜ ਹੈ ਨਾ, ਲੋੜ ਜਿਸ ਤੋਂ ਬਿਨਾਂ, ਪੈਸੇ ਤੋਂ ਬਿਨਾਂ ਜਿਹੜੀ ਚੀਜ਼ ਸਰਦੀ ਨਹੀਂ, ਉਹ ਉਸ 'ਤੇ ਪੈਸਾ ਲਾਉਣਾ। ਜਿਹੜਾ ਕੰਮ 5 ਬੰਦਿਆਂ ਨਾਲ ਹੋ ਸਕਦਾ ਉੱਥੇ 500 ਸੱਦਣ ਦੀ ਕੀ ਲੋੜ ਹੈ। ਇੱਕ ਬੀਬੀ ਕਹਿੰਦੀ ਬੜਾ ਚੰਗਾ ਹੈ ਜੀ, ਮੇਰੀ ਮਾਂ ਲੋਕਡਾਊਨ ਤੋਂ ਜਦ ਸ਼ੁਰੂ ਹੋ ਗਿਆ ਫਿਰ ਮਰੀ, ਮੇਰਾ ਕੋਈ 1000 ਕਿ ਸਰ ਗਿਆ, ਕਿਉਂ ਘਰ ਦੇ ਜੀ ਸਨ, ਪਾਠੀ ਸਨ, ਪਾਠ ਕਰਾਇਆ, ਚਲੋ ਸਰ ਗਿਆ, 5-7 ਹਜ਼ਾਰ ਸਰ ਗਿਆ। ਇੱਕ ਦੀ ਮਾਂ ਲੋਕਡਾਊਨ ਤੋਂ 2 ਦਿਨ ਪਹਿਲਾਂ ਮਰ ਗਈ। ਉਹ ਕਹਿੰਦਾ ਮਾਂ ਜੇ ਤੂੰ 3 ਦਿਨਾਂ ਬਾਅਦ ਮਰਦੀ ਨਾ, ਮੇਰਾ 1.25 ਲੱਖ ਬਚ ਜਾਣਾ ਸੀ, ਇਹ ਭੋਗ 'ਤੇ ਮੇਰਾ 1.25 ਲੱਖ ਰੁਪਈਆ ਲੱਗ ਗਿਆ, ਉਹ ਬਚ ਜਾਣਾ ਸੀ। ਵੀ ਤੈਨੂੰ ਕਿੰਨੇ ਕਿਹਾ ਵੀ 1.25 ਲੱਖ ਲਾ ਬਈ ਹੈ, ਤੈਨੂੰ ਕਿਸੇ ਕੋਈ ਮਜਬੂਰ ਕੀਤਾ ਇਕੱਠ ਕਰਨ। ਅਸੀਂ ਮੂਰਖ ਹਾਂ, ਅਤੇ ਮੂਰਖ ਬੰਦੇ ਆਪ ਵੀ ਦੁਖੀ ਰਹਿੰਦੇ ਨੇ, ਅਤੇ ਦੁਖੀ ਬੰਦਾ ਮੈਂ ਦੇਖਿਆ ਦੂਜਿਆਂ ਨੂੰ ਵੀ ਦੁਖੀ ਕਰਦਾ। ਦੁਖੀ ਬੰਦਾ ਦੂਜੇ ਨੂੰ ਵੀ ਦੁਖੀ ਕਰਦਾ ਹੈ। ਜਿੰਨੇ ਮਰਜ਼ੀ ਦੋਸਤ ਬਣਾ ਲਓ, ਨਾਨਕ ਦੁਖੀਆ ਸਭ ਸੰਸਾਰ। ਦੋਸਤ ਹੀ ਦੁਖੀ ਨੇ, ਤੁਹਾਨੂੰ ਸੁੱਖ ਕਿੱਥੋਂ ਮਿਲ ਜਾਏਗਾ ਬਈ ਹੈ। ਜਿਹੜਾ ਹੈ ਉਹ ਦੁਖੀ ਹੈ, ਤੁਹਾਨੂੰ ਕਿੱਥੋਂ ਸੁੱਖ ਮਿਲ ਜਾਏਗਾ। ਇਸ ਲਈ ਜੋ ਕੁਛ ਸਾਡੇ ਕੋਲ ਹੈ ਉਸ ਦੀ ਸਾਨੂੰ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਜਦੋਂ ਸਹੀ ਵਰਤੋਂ ਕਰਨੀ ਆ ਗਈ, ਸਵਾਲ ਹੀ ਪੈਦਾ ਨਹੀਂ ਗਰੀਬੀ ਰਹਿ ਜੇ। ਗਰੀਬੀ ਹੈ ਹੀ ਇਸੇ ਲਈ ਕਿ ਸਾਨੂੰ ਵਰਤੋਂ ਹੀ ਨਹੀਂ ਕਰਨੀ, ਅਸੀਂ ਕੁਚੱਜੇ ਹਾਂ। ਕੁਚੱਜੇ ਬੰਦੇ ਹਮੇਸ਼ਾ ਹੀ ਦੁਖੀ ਰਹਿੰਦੇ ਨੇ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਸੋਈ ਮਾਰੀਏ ਜਿਹੇ ਮੂਹੈ ਸੁਖ ਹੋਏ। ਅੰਦਰ ਮਾਇਆ ਦਾ ਮੋਹ ਹੈ, ਕਦੇ ਨੂੰ ਮਾਰ ਲਓ। ਅੰਦਰ ਜਿਹੜਾ ਮਾਇਆ ਦਾ ਮੋਹ ਹੈ ਨਾ, ਧਿਆਨ ਵਾਰੀ ਵਾਰੀ ਮਾਇਆ ਵੱਲ ਜਾਂਦਾ ਹੈ। ਇੱਕ ਬੀਬੀ ਆ ਗਈ, ਮੈਂ ਫੌਰਨ ਜਾਣਾ ਜੀ। ਮੈਂ ਇੱਥੇ ਕੀ ਕਰਦੇ ਹੋ? ਕਹੇ ਜੀ ਮੈਂ ਨੌਕਰੀ ਕਰਦੀ ਹਾਂ। ਮੈਂ ਕਿੰਨੀ ਤਨਖਾਹ ਮਿਲਦੀ ਹੈ? ਕਹੇ ਜੀ 90,000। ਮੈਂ ਫਿਰ ਤੁਸੀਂ ਬਾਹਰ ਜਾ ਕੇ ਕੀ ਕਰੋਗੇ? ਕਹਿੰਦੀ ਹੋਰ ਪੈਸੇ ਕਮਾਊਂਗੀ, ਹੋਰ ਕਮਾਊਂਗੀ। ਇੱਕ ਮੁੰਡਾ ਆ ਗਿਆ 24-25 ਸਾਲ ਦਾ, ਬਾਬਾ ਜੀ ਮੈਂ ਫੌਰਨ ਜਾਣਾ। ਮੈਂ ਫੌਰਨ ਜਾ ਕੇ ਕੀ ਕਰਾਂਗਾ? ਕਹੇ ਜੀ ਪੈਸਾ ਕਮਾਵਾਂਗਾ। ਮੈਂ ਇੱਥੇ ਕੀ ਕਰਦਾ? ਕਿ ਮੈਂ ਇੱਥੇ ਨੌਕਰੀ ਕਰਦਾ। ਮੈਂ ਕਿੰਨੀ ਤਨਖਾਹ ਮਿਲਦੀ ਹੈ? ਮੈਂ ਕਹਿੰਦਾ 46,000। ਮੈਂ ਦੇਖ ਤੂੰ ਕੁੱਲ 24 ਸਾਲਾਂ ਦਾ, ਤੈਨੂੰ 46,000 ਹੁਣੇ ਮਿਲ ਰਿਹਾ, 4-5 ਸਾਲਾਂ ਨੂੰ ਤੇਰੀ ਤਨਖਾਹ ਲੱਖ ਹੋ ਜਾਣੀ ਹੈ। ਤੂੰ ਕੀ ਕਰਨ ਜਾਣਾ ਬਾਹਰ?
ਉਹਦੀ ਤਾਂ ਗੱਲ ਕੋਈ ਆ ਗਈ ਸਮਝ। ਉਹ ਤਾਂ ਨਹੀਂ ਗਿਆ, ਅਤੇ ਜਿਹੜੀ 90,000 ਲੈਂਦੇ ਸੀ ਉਹ ਚਲੇ ਗਏ। ਜਿਹੜੀ ਆਪ 90,000 ਲੈ ਰਹੀ, ਉਹਦਾ ਘਰ ਵਾਲਾ ਵੀ ਤਾਂ ਕੁਛ ਕਮਾ ਰਿਹਾ ਹੋਣਾ ਨਾ। ਉਹ ਤਾਂ ਚਲੋ ਮੈਂ ਪੁੱਛਿਆ ਨਾ ਵੀ ਤੇਰਾ ਘਰ ਵਾਲਾ ਕੀ ਕਰਦਾ ਹੈ। ਇਹ ਮਨ ਨਹੀਂ ਰੱਜਿਆ ਕਰਦਾ, ਇਸ ਲਈ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕੋਈ ਵਿਰਲਾ ਟਾਮ ਹੈ ਜਿਹਦੀ ਤ੍ਰਿਸ਼ਨਾ ਬੁੱਝ ਜਾਏ, ਨਹੀਂ ਤੇ ਹਰ ਬੰਦਾ ਕਹਿੰਦਾ ਹੋਰ ਮਾਇਆ ਹੋਵੇ, ਹੋਰ ਮਾਇਆ ਹੋਵੇ। ਆ ਪੁੱਤਰ ਦੀ ਤ੍ਰਿਸ਼ਨਾ ਕਿੱਡੀ ਜ਼ਬਰਦਸਤ ਹੈ। ਮੈਂ ਦੇਖਿਆ ਸੰਸਾਰ ਦੇ 2 ਤ੍ਰਿਸ਼ਨਾਵਾਂ ਬੜੀਆਂ ਜ਼ਬਰਦਸਤ ਨੇ। ਇੱਕ ਮਾਇਆ ਹੋਰ ਹੋਵੇ, ਇੱਕ ਪੁੱਤਰ ਹੋਵੇ, ਬੜੀਆਂ। ਇਹਨਾਂ ਪਿੱਛੇ ਬੰਦਾ ਤਰਲੋ ਮੱਛੀ ਹੁੰਦਾ ਰਹਿੰਦਾ ਹੈ ਵੀ ਜੇ ਪੁੱਤਰ ਨਾ ਆਇਆ ਪਤਾ ਨਹੀਂ ਕੀ ਹੋ ਜਾਏਗਾ। ਉਹਨੂੰ ਵਿਚਾਰਿਆਂ ਨੂੰ ਗਿਆਨ ਹੀ ਨਹੀਂ। ਪਾਠ ਕਰਦੇ ਨੇ ਪਰ ਧਰਮ ਦਾ ਗਿਆਨ ਨਹੀਂ ਹੈਗਾ। ਧਰਮ ਇਹ ਕਹਿੰਦਾ ਜਿਹੜੇ ਸੁੱਖ ਦੁੱਖ ਨੇ ਤੁਹਾਡੀ ਜ਼ਿੰਦਗੀ 'ਚ, ਇਹ ਤਾਂ ਤੁਹਾਡੇ ਆਪਣੇ ਕਰਮਾਂ ਦੇ ਨੇ। ਜੇ ਤੁਹਾਡੇ ਭਾਗਾਂ ਸੁੱਖ ਲਿਖਿਆ, ਬੇਗਾਨਿਆਂ ਨੇ ਵੀ ਤੁਹਾਨੂੰ ਸੁੱਖ ਦੇ ਜਾਣਾ ਹੈ। ਜੇ ਤੁਹਾਡੇ ਭਾਗਾਂ 'ਚ ਦੁੱਖ ਲਿਖਿਆ ਨਾ, ਤੁਹਾਡੇ ਆਪਣਿਆਂ ਨੇ ਸੂਲੀ ਟੰਗੀ ਰੱਖਣਾ। ਕਿੰਨੀਆਂ ਮਾਵਾਂ ਆਉਂਦੀਆਂ ਜਿਹੜੇ ਆਪਣੇ ਪੁੱਤਰਾਂ ਤੋਂ ਬਹੁਤ ਜ਼ਿਆਦਾ ਤੰਗ ਨੇ, ਸ਼ਰਾਬੀ ਕਬਾਬੀ ਹੋ ਗਏ ਨੇ, ਨਸ਼ਈ ਹੋ ਗਏ ਨੇ, ਮਾਂ ਪਿਓ ਨੂੰ ਕੁੱਟਦੇ ਮਾਰਦੇ ਨੇ, ਗਾਲਾਂ ਕੱਢਦੇ ਨੇ, ਧੱਕੇ ਨਾਲ ਪੈਸੇ ਖੋਹ ਕੇ ਲੈ ਜਾਂਦੇ ਨੇ। ਇੱਕ ਮਾਂ ਆਈ ਕਹਿੰਦਾ ਮੇਰਾ ਮੁੰਡਾ ਜਿਹੜਾ ਹੈ ਘਰ ਦੇ ਭਾਂਡੇ ਚੀਜ਼ਾਂ ਹੀ ਵੇਚ ਦਿੰਦਾ ਸ਼ਰਾਬ ਪੀਣ ਲਈ। ਜੋ ਲੱਭਿਆ ਘਰ ਚੱਕਿਆ, ਜਾ ਕੇ ਬਾਜ਼ਾਰ ਵੇਚਦਾ। ਜਿੰਨੇ ਦੇ ਹੈਗੇ ਪੂਏ ਦੇ ਜੋ ਪੂਆ ਪੀ ਲਿਆ, ਦੀ ਪੀ ਲਿਆ। ਆਹ ਹਾਲ ਹੈ। ਮੈਂ ਕਿੰਨੀ ਖੁਸ਼ੀ ਹੋਏਗੀ ਜੇ ਪੁੱਤਰ ਹੋਇਆ ਹੋਏਗਾ। ਇਹੀ ਮਾਂ ਡਾਂਸ ਕਰਦੀ ਹੋਣੀ ਹੈ, ਇਹਦੇ ਬਾਪ ਨੇ ਪਤਾ ਨਹੀਂ ਕਿੰਨਿਆਂ ਨੂੰ ਸ਼ਰਾਬ ਪਿਲਾਈ ਹੋਣੀ ਹੈ, ਕਿੰਨਿਆਂ ਘਰਾਂ 'ਚ ਲੱਡੂ ਵੰਡੇ ਹੋਣਗੇ। ਪੁੱਤਰ ਹੋਇਆ ਅਤੇ ਉਹ ਨਸ਼ਈ ਹੋ ਗਿਆ। ਐਵੇਂ ਸਾਨੂੰ ਭੁਲੇਖਾ ਕਿ ਪਤਾ ਨਹੀਂ ਪੁੱਤਰ ਨਾਲ ਕੀ ਹੋ ਜਾਏਗਾ। ਅਸੀਂ ਤਰਲੋ ਮੱਛੀ ਹੁੰਦੇ ਰਹਿੰਦੇ। ਕਈਆਂ ਦੀ 3 ਲੜਕੀਆਂ ਨੇ, ਬਾਬਾ ਜੀ ਮੇਰੇ ਲੜਕਾ ਹੋ ਜਾਏ। ਮੈਂ ਕਹਿੰਦਾ ਮੈਂ ਤਾਂ ਜੀ ਲੜਕੇ ਦੀ ਅਰਦਾਸ ਹੀ ਨਹੀਂ ਕਰਦਾ। ਮੈਂ ਤਾਂ ਸਿਰਫ ਉਹਨਾਂ ਦੀ ਅਰਦਾਸ ਕਰਦਾ ਜਿਹਨਾਂ ਦੇ ਘਰ ਕੋਈ ਬੱਚਾ ਨਹੀਂ। ਵੀ ਚਲੋ ਗ੍ਰਸਥੀ ਬੰਦਾ ਹੁੰਦਾ, ਇੱਕ ਤਾਂ ਬੱਚਾ ਜ਼ਰੂਰ ਚਾਹੀਦਾ ਹੁੰਦਾ। ਵਿਆਹ ਹੀ ਜਦੋਂ ਕਰਾ ਲਿਆ ਅਤੇ ਮੈਂ ਲੜਕੇ ਦੀ ਪੁੱਤਰ ਪੱਤਰ ਦੀ ਕੋਈ ਅਰਦਾਸ ਨਹੀਂ ਕਰਦਾ। ਸੋ ਮੈਂ ਦੇਖਿਆ 2 ਤ੍ਰਿਸ਼ਨਾਵਾਂ ਸਭ ਤੋਂ ਵੱਡੀਆਂ ਮਨੁੱਖ 'ਚ। ਇੱਕ ਉਹਦੇ ਕੋਲ ਵੱਧ ਤੋਂ ਵੱਧ ਮਾਇਆ ਹੋਵੇ, ਕਿਉਂਕਿ ਮਾਇਆ 'ਚ ਤਾਕਤ ਬੜੀ ਹੈ। ਮਾਇਆ 'ਚ ਬਹੁਤ ਤਾਕਤ ਹੈ। ਜਿਹਨੂੰ ਮਰਜ਼ੀ ਖਰੀਦ ਲਓ। ਆਹ 10-12 ਬੰਦਿਆਂ ਨੇ ਸਾਰੀ ਸਰਕਾਰ ਖਰੀਦ ਲਈ ਹੈ। ਇੰਨੀ ਮਾਇਆ 'ਚ ਤਾਕਤ ਹੈ, ਇੰਨੀ ਮਾਇਆ 'ਚ ਤਾਕਤ ਹੈ। 10-12 ਬੰਦਿਆਂ ਨੇ ਰਲ ਕੇ ਨਾ ਸਾਰੀ ਕੇਂਦਰੀ ਸਰਕਾਰ ਹੀ ਖਰੀਦ ਲਈ। ਇੰਨੀ ਤਾਕਤ ਹੈ ਮਾਇਆ 'ਚ। ਇੱਕ ਮੈਂ ਤੈਨੂੰ ਘਟਨਾ ਸੁਣਾਉਣਾ ਮਾਇਆ ਦੀ ਤਾਕਤ ਦਾ। ਕੋਈ 30 ਸਾਲ ਦੀ ਗੱਲ ਹੈ, 20 ਸਾਲ ਤਾਂ ਮੈਨੂੰ ਰਿਟਾਇਰ ਹੋਏ ਹੋ ਗਏ ਨੇ। ਸਾਡੇ ਇੱਕ ਸਾਇੰਸ ਮਾਸਟਰ ਜੀ ਹੁੰਦੇ, ਸ਼੍ਰੀ ਅਮਰਜੀਤ ਲਾਲ ਜੀ। ਪਤਾ ਨਹੀਂ ਹੁਣ ਜਿਉਂਦੇ ਨੇ ਕਿ ਨਹੀਂ। ਅਮਰਜੀਤ ਲਾਲ ਜੀ ਟੀਚਰ ਹੁੰਦੇ ਸਨ। ਉਹ ਫਿਰੋਜ਼ਪੁਰ ਵੱਲੋਂ ਲੱਗੇ ਹੋਏ ਸਨ ਟੀਚਰ, ਅਤੇ ਉਹਨਾਂ ਦੀ ਸ਼ਾਦੀ ਪਟਿਆਲੇ 'ਚ ਹੋ ਗਈ। ਹੁਣ ਫਿਰ ਬਦਲੀ ਕਰਾਉਣੀ ਪਟਿਆਲੇ ਜ਼ਿਲ੍ਹੇ ਦੀ। ਚਲੋ ਪਟਿਆਲੇ ਸ਼ਾਇਦ ਨਹੀਂ, ਜ਼ਿਲ੍ਹੇ 'ਚ ਹੀ ਕਿਤੇ ਮਿਲ ਜਾਏ। ਉਹਨੇ ਪਤਾ ਕੀਤਾ ਸਾਡੇ ਸਕੂਲ 'ਚ ਆਇਆ ਘਨੌਰ ਵੀ ਇੱਥੇ ਸਾਇੰਸ ਮਾਸਟਰ ਦੀ ਪੋਸਟ ਖਾਲੀ ਹੈ। ਪ੍ਰਿੰਸੀਪਲ ਨੇ ਕਹਿਤਾ ਦੇਖ ਭਰਾਵਾ, ਪੋਸਟ ਖਾਲੀ ਹੈ, ਪਰ ਸਾਨੂੰ ਸਰਕਾਰ ਦਾ ਹੁਕਮ ਹੈ ਵੀ ਲਿਖ ਕੇ ਨਹੀਂ ਦੇਣਾ। ਸਾਨੂੰ ਸਾਇੰਸ ਮਾਸਟਰ ਚਾਹੀਦਾ, ਬੜੀ ਖੁਸ਼ੀ ਨਾਲ ਬਦਲੀ ਕਰਾ ਕੇ ਆ ਜਾ, ਸਾਨੂੰ ਤਾਂ ਚਾਹੀਦਾ ਬੰਦਾ। ਅੱਜ ਤੋਂ ਇਹ 30 ਸਾਲ ਪਹਿਲਾਂ ਦੀ ਘੱਟ ਤੋਂ ਘੱਟ ਗੱਲ ਹੈ। ਆਹ 500 ਦੇ ਨੋਟ ਅਜੇ ਛਪੇ ਹੀ ਸਨ ਉਦੋਂ। ਹੁਣ ਤਾਂ ਹਰ ਇੱਕ ਦੇ ਕੋਲ ਨੇ, ਉਦੋਂ ਕਿਸੇ ਕੋਲ ਹੁੰਦੇ ਸਨ। ਤਨਖਾਹਾਂ ਹੀ ਥੋੜ੍ਹੀਆਂ ਹੁੰਦੀਆਂ ਸਨ। ਕਹਿੰਦਾ ਮੈਂ 10-12 500 ਦੇ ਨੋਟ ਲਏ। ਸਾਡਾ ਜਿਹੜਾ ਸਭ ਤੋਂ ਵੱਡਾ ਵਿੱਦਿਆ ਦਾ ਹੁੰਦਾ ਨਾ ਅਫਸਰ, ਉਹਨੂੰ DPI ਕਹਿੰਦੇ ਨੇ। DPI ਜਿਹੜਾ ਸੁਪਰਡੈਂਟ ਸੀ, ਉਹਦੇ ਕੋਲੇ ਉਹਦੇ ਘਰ ਚਲਿਆ ਗਿਆ ਸਵੇਰੇ।
ਜਾਂਦੇ 500 ਰੁਪਏ ਦਾ ਨੋਟ ਰੱਖ ਕੇ ਉਹਨੂੰ ਗਾਂਧੀ ਦੇ ਸਿਰ ਵਾਲਾ ਕਹਿੰਦੇ ਹੁੰਦੇ ਸੀ। 500 ਦਾ ਨੋਟ ਰੱਖ ਕੇ ਮੱਥਾ ਟੇਕਿਆ। ਉਹ ਕਿ ਆਓ ਜੀ ਕਿਵੇਂ ਆਇਓ? ਉਹ ਕਹਿੰਦਾ ਜੀ ਮੈਂ ਆਹ ਗੱਲ ਹੋ ਗਈ ਮੈਂ ਫਿਰੋਜ਼ਪੁਰ ਜ਼ਿਲ੍ਹੇ 'ਚ ਲੱਗਿਆ ਹੋਇਆ ਹਾਂ, ਮੇਰਾ ਵਿਆਹ ਪਟਿਆਲੇ ਸ਼ਹਿਰ 'ਚ ਹੋ ਗਿਆ, ਮੈਨੂੰ ਪਟਿਆਲੇ ਜ਼ਿਲ੍ਹੇ 'ਚ ਸਕੂਲ ਚਾਹੀਦਾ ਕੋਈ, ਦੇ ਕੇ ਰਜਿਸਟਰ ਜਾ। ਕਹਿੰਦਾ ਕੋਈ ਥਾਂ ਖਾਲੀ ਨਹੀਂ ਹੈ। ਮੈਂ ਕਹਿੰਦਾ 500 ਫਿਰ ਮੱਥਾ ਟੇਕਿਆ। ਕਹਿੰਦੇ ਭਾਈ ਕੋਈ ਥਾਂ ਖਾਲੀ ਹੀ ਨਹੀਂ ਹੈ। ਕਿ ਮੈਂ 500 ਫਿਰ ਮੱਥਾ ਟੇਕਿਆ। ਕਹਿੰਦੇ ਇਹ ਤਾਂ ਮਤਲਬ ਤੈਂ ਜ਼ਰੂਰ ਬਦਲੀ ਕਰਾਉਣੀ ਹੈ। 500 ਫਿਰ ਮੱਥਾ ਟੇਕਿਆ। ਕਹਿੰਦੇ ਫਿਰ ਤਾਂ ਸੋਚਣਾ ਹੀ ਪੈਣਾ ਕੁਛ। ਕਹਿੰਦਾ 500 ਫਿਰ ਮੱਥਾ ਟੇਕਿਆ। ਕਹਿੰਦਾ ਲੋਕ ਘਨੌਰ ਖਾਲੀ ਲੱਭ ਗਿਆ। ਕਹਿੰਦਾ 500 ਫਿਰ ਮੱਥਾ ਟੇਕਿਆ। ਕਹਿੰਦਾ ਸਵੇਰੇ 8 ਵਜੇ ਆ ਜੀ, ਆਰਡਰ ਮਿਲ ਜਾਣਗੇ ਤੈਨੂੰ। ਕਹਿੰਦਾ 500 ਫਿਰ ਮੱਥਾ ਟੇਕਿਆ ਅਤੇ ਘਰ ਨੂੰ ਆ ਗਿਆ। ਸਵੇਰੇ ਜਾਂਦੇ ਹੀ 500 ਫਿਰ ਮੱਥਾ ਟੇਕਿਆ ਅਤੇ ਕਹਿੰਦਾ ਲਓ ਆਹ ਆਰਡਰ ਲਓ ਘਨੌਰ ਦੇ। ਕਹਿੰਦਾ 500 ਫਿਰ ਮੱਥਾ ਟੇਕਿਆ, ਆਰਡਰ ਲੈ ਕੇ ਆ ਗਿਆ। ਹੈ ਨਾ ਮਾਇਆ ਦੀ ਪਾਵਰ। ਇਹ ਮਾਇਆ 'ਚ ਬੜੀ ਤਾਕਤ ਹੈ। ਇਹੀ ਕਾਰਨ ਹੈ ਕਿ ਮਾਇਆ ਰੱਬ ਨੂੰ ਵੀ ਭੁਲਾਉਂਦੀ ਹੈ। ਉਹ ਰੱਬ ਕਦੇ ਜਿਹਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਨਹੀਂ ਹਿਲਦਾ। ਇਹ ਮਾਇਆ 'ਚ ਇੰਨੀ ਤਾਕਤ ਹੈ ਕਿ 99% ਲੋਕਾਂ ਨੂੰ ਰੱਬ ਹੀ ਭੁਲਾਉਂਦੀ ਹੈ। ਮਾਇਆ ਨਾਲ ਜਿਹਨੂੰ ਮਰਜ਼ੀ ਖਰੀਦ ਲਓ। ਹਰ ਬੰਦੇ ਦੀ ਕੀਮਤ ਹੁੰਦੀ ਹੈ। ਕਿਸੇ ਦਾ ਪਿਆਰ ਹੈ, ਕੀਮਤ ਉਹਨੂੰ ਪਿਆਰ ਨਾਲ ਖਰੀਦ ਲਓ। ਕੋਈ ਡੰਡੇ ਨਾਲ ਹੈ, ਕਿਸੇ ਨੂੰ ਡੰਡੇ ਨਾਲ ਖਰੀਦ ਲਓ। ਨਹੀਂ ਤਾਂ ਫਿਰ ਮਾਇਆ ਨਾਲ ਤਾਂ ਵੱਡੇ ਵੱਡੇ ਖਰੀਦੇ ਜਾਂਦੇ ਨੇ। ਸਿਆਣੇ ਕਹਿੰਦੇ ਜੇ ਨਹੀਂ ਕੋਈ ਰਿਸ਼ਵਤ ਲੈਂਦਾ ਨਾ, ਬੜਾ ਆਪਣੇ ਉਹਦੇ ਅੱਗੇ ਨੋਟ ਸੁੱਟੀ ਜਾਓ 2-2 ਹਜ਼ਾਰ ਦੇ, ਸੁੱਟੀ ਜਾਓ। ਉਹ ਨਹੀਂ ਦੇਖੇਗਾ ਕਿਉਂਕਿ ਅਜੇ ਉਹਦੀ ਕੀਮਤ ਵੱਧ ਹੈ। ਸੁੱਟੀ ਜਾਓ, ਸੁੱਟੀ ਜਾਓ। ਜਦੋਂ ਤੁਹਾਡੇ ਪੈਸਿਆਂ ਵੱਲ ਉਹਨੇ ਵੇਖਣਾ ਸ਼ੁਰੂ ਕਰਤਾ, ਸਮਝੋ ਹੁਣੇ ਡੋਲ ਗਿਆ। ਬਸ 2-4 ਹੋਰ ਨੋਟ ਸੁੱਟੋ ਅਤੇ ਗੱਲ ਬਣ ਜਾਏਗੀ। ਜਿੰਨਾ ਚਿਰ ਤੁਹਾਡੇ ਨੋਟਾਂ ਵੱਲ ਨਾ ਵੇਖੇ, ਇਹਦਾ ਮਤਲਬ ਅਜੇ ਉਹਦੀ ਕੀਮਤ ਤੇ ਘੱਟ ਨਹੀਂ, ਅਜੇ ਉਹਦੀ ਕੀਮਤ ਦੇ ਬਰਾਬਰ। ਜਦੋਂ ਤੁਹਾਡੇ ਨੋਟਾਂ ਵੱਲ ਉਹ ਵੇਖਣ ਲੱਗ ਗਿਆ ਨਾ, ਸਮਝੋ ਹੁਣ ਇਹ ਡੋਲ ਗਿਆ ਹੈ, ਹੁਣ ਗੱਲ ਬਣ ਸਕਦੀ ਹੈ। ਕਹਿੰਦੇ 5-7 ਨੋਟ ਹੋਰ ਸੁੱਟ ਦਿਓ ਅਤੇ ਤੁਹਾਡਾ ਕੰਮ ਹੋ ਜਾਏ, ਖਰੀਦ ਲਿਆ ਤੁਸੀਂ ਉਸ। ਮਾਇਆ 'ਚ ਇਹ ਨਹੀਂ ਤਾਕਤ ਹੈ। ਪਰ ਕਹਿੰਦੇ ਇਹ ਸਾਡੀ ਰੱਖਿਆ ਤੇ ਗੁਰੂ ਨੇ ਕੀਤੀ। ਇਸ ਲਈ ਕਹੇ ਕਬੀਰ ਸੋਈ ਮਾਰੀਏ ਜੇ ਮੂਹੇ ਸੁੱਖ ਹੈ। ਇਹ ਮਾਇਆ ਨੂੰ ਮਾਰੋ, ਮਾਇਆ ਦਾ ਮੋਹ ਮਾਰੋ ਅੰਦਰੋਂ, ਤਾਂ ਸੁੱਖ ਮਿਲੂਗਾ। ਨਹੀਂ ਤਾਂ ਸਾਰਾ ਧਿਆਨ ਮਾਇਆ 'ਚ ਹੀ ਰਹੇਗਾ। ਕਈ ਈਰਖਾ ਬੜੀ ਹੁੰਦੀ ਹੈ। ਗੁਆਂਢੀ ਦੇ ਘਰ ਕੋਈ ਚੀਜ਼ ਆ ਕੇ ਦੂਜਾ ਉਈਂ ਮੱਚੀ ਜਾਂਦਾ ਹੈ। ਵੀ ਦੱਸ, ਆਪਣੀ ਆਪਣੀ ਕਿਸਮਤ ਹੈ। ਹਰ ਇਨਸਾਨ ਆਪਣੀ ਕਿਸਮਤ ਲਿਖਾ ਕੇ ਲਿਆ। ਜਿਹੋ ਜਿਹੇ ਕਿਸੇ ਬੰਦੇ ਨੇ ਪਿਛਲੇ ਜਨਮ 'ਚ ਕਰਮ ਕੀਤੇ, ਉਹ ਕਰਮ ਹੀ ਉਸਦੀ ਕਿਸਮਤ ਬਣ ਗਈ, ਗੁੱਡ ਔਰ ਬੈਡ, ਹੋਰ ਕੋਈ ਗੱਲ ਨਹੀਂ। ਜੋ ਅਸੀਂ ਦੁੱਖ ਸੁੱਖ, ਅਮੀਰੀ ਗਰੀਬੀ, ਬਿਮਾਰੀ ਤੰਦਰੁਸਤੀ ਭੋਗ ਰਹੇ ਹਾਂ, ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ, ਕੋਈ ਨਹੀਂ ਬਣਾਉਂਦਾ। ਕੋਈ ਕਿਸੇ ਦੀ ਕਿਸਮਤ ਨਹੀਂ ਬਣਾਉਂਦਾ। ਦੂਜਾ ਸਿਰਫ ਗਾਈਡ ਕਰਦਾ ਕਿ ਤੂੰ ਇਸ ਤਰ੍ਹਾਂ ਸੁਖੀ ਹੋ ਸਕਦਾ ਹੈ। ਕੋਈ ਮੰਨ ਲਏਗਾ ਠੀਕ ਹੈ, ਨਹੀਂ ਮੰਨੇਗਾ ਨਾ, ਨਹੀਂ ਮੰਨੇਗਾ। ਦੂਜਿਆਂ ਨੇ ਗਾਈਡ ਕਰਨਾ ਹੁੰਦਾ ਹੈ। ਕਈ ਬੰਦੇ ਬੜੀ ਪ੍ਰੇਰਨਾ ਸ਼ਕਤੀ ਹੁੰਦੀ ਹੈ। ਸਤ ਸੰਗਤ ਐਵੇਂ ਨਹੀਂ ਕਿਹਾ ਕਰੋ, ਗੁਰਬਾਣੀ ਐਵੇਂ ਨਹੀਂ ਕਿਹਾ, ਸਤ ਸੰਗਤ ਕਰੋ। ਮੈਂ ਇੱਕ ਪਿੰਡ 'ਚ ਗਿਆ ਹਰਿਆਣੇ 'ਚ, ਸਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ। ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਮੈਂ ਕਿਹਾ ਵੀ ਪਿੰਡ ਵਾਲਿਆਂ ਗੁਰਦੁਆਰਾ ਬਣਾਇਆ? ਕਹਿ ਜੀ ਇਹ ਰਫੂਜੀਆਂ ਦਾ ਪਿੰਡ ਹੈ। ਸਾਰੇ ਦਾ ਸਾਰਾ ਪਿੰਡ ਸ਼ਰਾਬ ਕੱਢਦਾ ਸੀ, ਪੀਂਦਾ ਸੀ ਅਤੇ ਵੇਚਦਾ ਸੀ। ਇੱਥੇ ਇੱਕ ਮਹਾਂਪੁਰਖ ਆ ਗਏ। ਉਹਨਾਂ ਦਾ ਐਸਾ ਪ੍ਰਭਾਵ ਪਿੰਡ ਵਾਲਿਆਂ 'ਤੇ ਪਿਆ ਕਿ ਸਾਰਾ ਪਿੰਡ ਹੀ ਸ਼ਰਾਬ ਪੀਣੋਂ ਹਟ ਗਿਆ ਅਤੇ ਵੇਚਣੋਂ ਹਟ ਗਿਆ, ਅੰਮ੍ਰਿਤ ਧਾਰੀ ਹੋ ਗਿਆ। ਅਤੇ ਉਹਨਾਂ ਦੇ ਕਹਿਣ 'ਤੇ ਗੁਰਦੁਆਰਾ ਸਾਹਿਬ ਇੰਨਾ ਵਧੀਆ ਪਿੰਡ ਵਾਲਿਆਂ ਨੇ ਬਣਾਇਆ। ਹੁਣ ਸਤਸੰਗ ਹੁੰਦੀ ਹੈ ਅਤੇ ਲੋਕ ਸੰਤਾਂ ਦੀ ਨਿੰਦਿਆ ਕਰਦੇ ਰਹੇ। ਮੈਂ ਤੁਹਾਡਾ ਵਿਆਹ ਹੀ ਨਹੀਂ ਕਿਸੇ ਸੰਤ ਨਾਲ ਪਿਆ। ਉਹ ਲੋਕ ਕਿਵੇਂ ਭੁੱਲ ਸਕਦੇ ਉਸ ਮਹਾਂਪੁਰਖ ਨੂੰ?
ਜਿਹਨੇ ਪੜ੍ਹ ਕੇ ਜ਼ਿੰਦਗੀ ਬਦਲ ਕੇ ਰੱਖਦੀ ਸਾਰੇ ਪਿੰਡ ਦੀ। ਸਾਰਾ ਪਿੰਡ ਸ਼ਰਾਬੀ ਕਬਾਬੀ, ਸ਼ਰਾਬਾਂ ਕੱਢ ਕੱਢ ਕੇ ਵੇਚਦਾ, ਘਰ ਘਰ ਭੱਠੀਆਂ ਲੱਗੀਆਂ ਹੋਈਆਂ ਹਨ। ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋ ਗਏ, ਵੈਸ਼ਨੂੰ ਹੋ ਗਏ, ਨਾਮ ਜਪਣ ਵਾਲੇ ਹੋ ਗਏ। ਇਸ ਤਰ੍ਹਾਂ ਕਈ ਮਨੁੱਖ ਆਉਂਦੇ ਨੇ। ਇਹੋ ਜਿਹਿਆਂ ਦੀ ਹੀ ਲੋੜ ਹੈ ਸਮਾਜ ਦੇ ਵਿੱਚ। ਸੋ ਕਬੀਰ ਸਾਹਿਬ ਕਹਿੰਦੇ, ਕਬੀਰ ਸੋਈ ਮਾਰੀਏ ਜਿਹੇ ਮੂਹੈ ਸੁਖ ਹੋਏ। ਇਹ ਮਾਇਆ ਦਾ ਮੋਹ ਮਾਰੋ। ਜਦੋਂ ਮਾਇਆ ਦਾ ਮੋਹ ਮਰ ਜਾਏਗਾ ਤੁਸੀਂ ਸੁਖੀ ਹੋ ਜਾਓਗੇ। ਪਲੋ ਪਲੋ ਸਭ ਕੋ ਕਹੈ, ਬੁਰਾ ਨਾ ਮਾਨੇ ਕੋਈ। ਫਿਰ ਸਾਰੇ ਤੁਹਾਨੂੰ ਭਲਾ ਪੁਰਸ਼ ਕਹਿਣਗੇ। ਭਲਾ ਕਹਿ ਕਿਉਂ? ਤੁਸੀਂ ਭਲੇ ਕੰਮ ਕਰੋਗੇ। ਮਾਇਆ ਦੇ ਖਾਤਰ ਤਾਂ ਲੋਕ ਚੋਰੀਆਂ ਕਰਦੇ, ਡਾਕੇ ਮਾਰਦੇ, ਠੱਗੀਆਂ ਕਰਦੇ, ਮਿਲਾਵਟਾਂ ਕਰਦੇ, ਧੋਖਾਧੜੀ ਕਰਦੇ, ਰਿਸ਼ਵਤਾਂ ਲੈਂਦੇ, ਮਕਾਨ ਦੱਬਦੇ ਨੇ, ਪਲਾਟ ਦੱਬਦੇ ਨੇ, ਘਪਲੇ ਕਰਦੇ ਨੇ ਕਰੋੜਾਂ ਦੇ, ਹਜ਼ਾਰ ਕਰੋੜ, ਕਈ ਹਜ਼ਾਰ ਕਰੋੜ ਦੇ ਘਪਲੇ ਕਰਕੇ ਬਾਹਰਲੇ ਦੇਸ਼ਾਂ ਨੂੰ ਚਲੇ ਜਾਂਦੇ ਨੇ। ਚਲ ਜੀ ਕਰੋੜਾਂ ਰੁਪਏ ਦੇ ਘਪਲੇ। ਕਿਉਂ? ਮਾਇਆ ਨਾਲ ਮੋਹ ਸੀ। ਜਿਹਦਾ ਮਾਇਆ ਨਾਲ ਮੋਹ ਮਰ ਗਿਆ ਉਹ ਤਾਂ ਥੋੜ੍ਹੇ ਜਿਹੇ ਪੈਸੇ ਨਾਲ ਹੀ ਸਰ ਜਾਂਦਾ। ਰੋਟੀ ਖਾਣੀ, 2 ਰੁਪਏ 2-4 ਕੱਪੜੇ ਪਾਉਣੇ ਨੇ। ਵੈਸ਼ਨੂੰ ਬੰਦੇ ਦਾ ਕੋਈ ਬਹੁਤਾ ਖਰਚ ਨਹੀਂ ਹੁੰਦਾ, ਥੋੜ੍ਹੇ ਜਿਹੇ ਪੈਸੇ ਨਾਲ ਹੀ ਸਰ ਜਾਂਦਾ ਹੁੰਦਾ। ਇਹ ਤਾਂ ਸ਼ਰਾਬੀ ਕਬਾਬੀ ਅਤੇ ਪੈਸੇ ਉਜਾੜਨ ਵਾਲੇ ਫੁਕਰੇ ਲੋਕ ਜਿਹੜੇ ਵਿਆਹਾਂ ਸ਼ਾਦੀਆਂ ਅਤੇ ਮਰਨਿਆਂ ਪਰਨਿਆਂ ਦੇ ਖਰਚੇ ਕਰਦੇ ਨੇ। ਸਾਡੇ ਇੱਕ ਵਾਰੀ ਮਰਗ ਦਾ ਭੋਗ ਪਿਆ, 7 ਪ੍ਰਕਾਰ ਦੇ ਤਾਂ ਜਿਹੜਾ ਸੀ ਮਿੱਠਾ ਸੀ, ਸਵੀਟ ਡਿਸ਼ ਜਿਹਨੂੰ ਇੰਗਲਿਸ਼ ਕਹਿੰਦੇ ਨੇ, 7 ਪ੍ਰਕਾਰ ਦੀ। ਇੰਨੀ ਤਾਂ ਵਿਆਹ 'ਚ ਨਹੀਂ ਹੁੰਦੀ ਜਿੰਨੀ ਉਹਨੇ ਮਰਗ ਦੇ ਭੋਗ 'ਤੇ ਲਾਏ ਹਨ ਪੈਸੇ। ਮੈਂ ਸੋਚਿਆ ਜਾਂ ਤਾਂ ਇਹਨਾਂ ਦੀ ਹਰਾਮ ਦੀ ਕਮਾਈ ਇਹਨਾਂ ਨੂੰ, ਅਤੇ ਜਾਂ ਬੇਵਕੂਫ ਨੇ। ਦੋਨਾਂ 'ਚ ਇੱਕ ਗੱਲ ਤਾਂ ਜ਼ਰੂਰ ਹੈਗੀ, ਜਾਂ ਤਾਂ ਇਹਨਾਂ ਨੂੰ ਹਰਾਮ ਦੀ ਕਮਾਈ ਹੈ ਵੀ ਚਲੋ ਲਾਈ ਚੱਲੋ, ਵੀ ਆਪਾਂ ਕਿਹੜਾ ਆਪਣੇ 10 ਦੀ ਕਿਰਤ ਦੇ ਨੇ, ਠੱਗੀਆਂ ਠੋਰੀਆਂ ਦੇ ਨੇ, ਸਰਕਾਰੀ ਫੰਡ ਖਾਧੇ ਨੇ, ਲਾਈ ਚੱਲੋ। ਅਤੇ ਜਾਂ ਬੇਵਕੂਫ ਨੇ। ਸਿਆਣਾ ਬੰਦਾ ਕਦੇ ਵੀ ਫਜ਼ੂਲ ਖਰਚੀ ਨਹੀਂ ਕਰਦਾ। ਜਿਹੜਾ ਫਜ਼ੂਲ ਖਰਚੀ ਨਾ ਕਰੇ ਉਹ ਕਦੇ ਭੁੱਖਾ ਨਹੀਂ ਮਰਦਾ। ਸੋ ਇਸ ਲਈ ਫਿਰ ਸਾਰੇ ਭਲਾ ਭਲਾ ਕਹਿਣਗੇ, ਬੁਰਾ ਨਹੀਂ ਕੋਈ ਕਹੇਗਾ। ਕਬੀਰ ਰਾਤੀ ਤੱਤੇ ਨੂੰ ਪਿਆਰੀ ਬਿੰਦੀ, ਕਿਉਂਕਿ ਬਹੁਵਚਨ ਹੋ ਗਿਆ। ਜਦੋਂ ਗੁਰਬਾਣੀ 'ਚ ਕਿਸੇ ਨਾਮ ਨੂੰ ਬਹੁਵਚਨ ਬਣਾਉਣਾ ਬਿੰਦੀ ਲਾ, ਜਿਵੇਂ ਸਿੱਖੀ, ਸਿੱਖੀ, ਸਿੱਖਾਂ ਨੇ, ਸਿੱਖੀ ਸਿੱਖਾਂ ਨੇ, ਗੁਰਮੁਖੀ ਗੁਰਮੁਖਾਂ ਨੇ, ਰਾਤੀ ਰਾਤਾਂ। ਕਬੀਰ ਰਾਤੀ ਹੋਵੇਂ ਕਾਰੀਆਂ, ਕਾਰੇ ਊਬੇ ਜੰਤ, ਲੈ ਫਾਹੇ ਉਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਜਦੋਂ ਕਾਲੀਆਂ ਰਾਤਾਂ ਹੁੰਦੀਆਂ ਨਾ, ਮੱਸਿਆ ਹੁੰਦੀ, ਜਦੋਂ ਪੂਰਨਮਾਸ਼ੀ ਜੇ ਦੇਰ ਨਾਲ ਹੋਣੀ ਤਾਂ ਫਿਰ ਰਾਤਾਂ ਕਾਲੀਆਂ ਹੋ ਜਾਂਦੀਆਂ ਨੇ, ਹਨੇਰਾ ਹੁੰਦਾ। ਹੁਣ ਗਲੀਆਂ 'ਚ ਹਨੇਰਾ। ਫਿਰ ਜਦੋਂ ਕਹਿੰਦੇ ਰਾਤਾਂ ਕਾਲੀਆਂ ਹੁੰਦੀਆਂ ਨੇ, ਕਾਰੇ ਊਬੇ ਜੰਤ, ਜਿਹੜੇ ਕਾਲੇ ਲੋਕ ਨੇ ਨਾ, ਜੰਤ ਲੋਕ, ਉਹ ਖੜ੍ਹੇ ਹੋ ਜਾਂਦੇ ਨੇ। ਕਾਲੇ ਤੋਂ ਭਾਵ ਰੰਗ ਦੇ ਕਾਲੇ ਨਹੀਂ, ਮਨ ਦੇ ਮੈਲੇ, ਜਿਹੜੇ ਭਾਵ ਮਾੜੇ ਲੋਕ ਨੇ, ਜਿਹੜੇ ਚੋਰ ਡਕੈਤ ਨੇ, ਉਹ ਰਾਤਾਂ ਨੂੰ ਜਾਗ ਪੈਂਦੇ ਨੇ। ਉਹ ਰਾਤਾਂ ਨੂੰ ਜਾਗ ਪੈਂਦੇ ਨੇ। ਉਂਝ ਕਹੋ ਨਾਮ ਜਪਣੇ ਰਾਤ ਨੂੰ, ਕੋਈ ਨਹੀਂ ਉੱਠਦਾ। ਪੁੱਠੇ ਕੰਮ ਕਰਨੇ ਨੇ, ਫਿਰ ਉੱਠ ਪੈਂਦੇ ਨੇ, ਉੱਠ ਪੈਂਦੇ। ਹਾਂ, ਜੇ ਨਾਮ ਜਪਦੇ ਕਹੇ ਨਾਮ ਜਪ ਪੈਸੇ ਮਿਲਣਗੇ, ਫਿਰ ਸ਼ਾਇਦ ਉੱਠ ਪੈਣ। ਜਿਵੇਂ ਆ ਅਖੰਡ ਪਾਠੀ ਨੇ, ਰਾਤ ਨੂੰ 12 ਤੋਂ 2, 2 ਤੋਂ 4 ਰੌਲ ਲਾਉਣ ਆਉਂਦੇ ਨਾ, ਕਿਉਂਕਿ ਪੈਸੇ ਮਿਲਦੇ ਨੇ। ਉਂਝ ਨੇ ਕਹੋ ਜੀ 12 ਤੋਂ 2 ਤੇ 2 ਤੋਂ 4 ਜੇ ਉੱਠ ਕੇ ਸਿਮਰਨ ਕਰਨਾ, ਕੋਈ ਨਹੀਂ ਉੱਠੇਗਾ। ਲੈ ਹੈ ਰਾਤ ਨੂੰ। ਹੁਣ ਜਨਾਨੀਆਂ ਵੀ ਰਾਤ ਨੂੰ ਰੌਲ ਲਾਉਣ ਆਉਂਦੀਆਂ ਨੇ, ਕਿਉਂ? ਪੈਸੇ ਮਿਲਦੇ ਨੇ, ਪੈਸੇ ਮਿਲਦੇ ਨੇ। ਉਂਝ ਕਿਸੇ ਨੂੰ ਕਹੋ ਜੀ ਰਾਤੀ 12-2 ਰੌਲੇ, ਕਿਸ ਲੈ ਹੈ ਜੀ, ਕਿਸੇ ਬੰਦੇ ਦੀ ਲਾ ਦਿਓ, ਜਨਾਨੀ ਕਿੱਥੋਂ ਆਵੇਗੀ? ਹੁਣ ਆਉਂਦੀਆਂ ਨੇ, ਪੈਸੇ ਮਿਲਦੇ ਨੇ। ਇਹ ਪੈਸੇ ਤਾਂ ਮੈਂ ਕਹਿੰਦਾ ਮਾਇਆ 'ਚ ਇੰਨੀ ਤਾਕਤ ਹੈ। ਮਾਇਆ ਬੜੀ ਤਾਕਤਵਰ ਹੈ।
ਕੋਈ ਵਿਰਲਾ ਟਾਵਾਂ ਇਹਦੇ ਪ੍ਰਭਾਵ ਤੋਂ ਬਚਦਾ ਹੈ। ਜਦੋਂ ਰਾਤਾਂ ਕਾਲੀਆਂ ਹੁੰਦੀਆਂ ਨੇ ਨਾ, ਇਹ ਮਾੜੇ ਜਿਹੜੇ ਲੋਕ ਨੇ ਰਾਤਾਂ ਨੂੰ ਜਾਗ ਪੈਂਦੇ ਨੇ, ਲੈ ਫਾਹੇ ਉੱਠ ਧਾਵ ਤੇ ਰੱਸੇ ਲੈ ਲੈਂਦੇ ਨੇ, ਭੱਜ ਲੈਂਦੇ ਨੇ ਵੀ ਚੋਰੀਆਂ ਕਰਨ ਲਈ। ਰੱਸਾ ਕਿਉਂ ਰੱਖਦੇ ਨੇ ਕੋਲ? ਹੁਣ ਉੱਪਰਲੀ ਛੱਤ 'ਤੇ ਚੜ੍ਹਨਾ ਚੁਬਾਰੇ, ਦੇਖਦੇ ਨੇ ਵੀ ਕਿਤੇ ਰੱਸਾ ਅੜ ਸਕਦਾ। ਉਦੋਂ ਅੱਗੇ ਫਾਹਾ ਜਿਹਦਾ ਬਣਾ ਕੇ ਨਾ ਫਿਰ ਐਂ ਸੁੱਟਦੇ ਨੇ, ਜੇ ਕਿਤੇ ਅੜ ਗਿਆ ਹੈ ਫਿਰ ਉਹ ਰੱਸੇ ਦੇ ਸਾਰੇ ਉੱਪਰ ਚੜ੍ਹ ਜਾਂਦੇ ਨੇ। ਲੈ ਫਾਹੇ ਉੱਠ ਧਾਵ ਤੇ ਭੱਜ ਲੈਂਦੇ ਨੇ। ਪਿਆ ਅੱਧੀ ਰਾਤ ਹੋ ਗਈ ਹੈ, ਸਾਰੇ ਲੋਕ ਸੌਂ ਗਏ ਨੇ, ਕਿਉਂਕਿ 12 ਵਜੇ ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਬੰਦੇ ਨੂੰ ਬੜੀ ਗੂੜੀ ਨੀਂਦ ਆਉਂਦੀ ਹੈ। ਇਹ 3 ਘੰਟਿਆਂ 'ਚ ਸਾਰੀਆਂ ਚੋਰੀਆਂ ਹੁੰਦੀਆਂ ਨੇ। ਚੋਰਾਂ ਨੂੰ ਪਤਾ ਹੈ ਉਦੋਂ ਬਾਅਦ ਨਾ ਨਾਮ ਜਪਣ ਵਾਲੇ ਉੱਠ ਖਲੋਣਗੇ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਰ ਨੂੰ ਜਾ ਰਿਹਾ ਹੈ, ਅਤੇ 12 ਕੁ ਵਜੇ ਤੱਕ ਲੋਕ ਕਈ ਜਾਗਦੇ ਵੀ ਰਹਿੰਦੇ ਨੇ। 12 ਤੋਂ ਲੈ ਕੇ 3 ਤੱਕ ਆਮ ਦੁਨੀਆ ਸੁੱਤੀ ਹੁੰਦੀ ਹੈ। ਇਹ ਭੈੜੇ ਲੋਕ ਚੋਰੀਆਂ ਦੇ ਡਾਕੇ ਮਾਰਨ ਲਈ ਫਿਰ ਖੜ੍ਹੇ ਹੋ ਜਾਏ। ਕਹਿੰਦੇ ਲੈ ਫਾਹੇ ਉੱਠ ਧਾਵ ਤੇ ਸੇ ਜਾਨ ਮਾਰੇ ਭਗਵੰਤ। ਸਮਝੋ ਇਹਨਾਂ ਦਾ ਰੱਬ ਨੇ ਮਾਰਤਾ, ਇਹ ਜਿਉਂਦੇ ਥੋੜ੍ਹੇ, ਇਹ ਤਾਂ ਰੱਬ ਦੇ ਦੁਰਕਾਰੇ ਹੋਏ ਲੋਕ ਹਨ। ਰੱਬ ਨੇ ਉਹਨਾਂ ਨੂੰ ਦੁਰਕਾਰਿਆ ਹੋਇਆ ਹੈ, ਤਾਂ ਇਹ ਪੁੱਠੇ ਕੰਮ ਕਰ ਰਹੇ ਹਨ। ਇਹ ਜਿਉਂਦੇ ਨਹੀਂ, ਇਹ ਤਾਂ ਜਿਉਂਦੇ ਹੀ ਮਰੇ ਹੋਏ ਹਨ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਬੇੜਿਓ ਅੜਾੜੇ ਦੇ ਪੈਰ 'ਚ ਨਾ ਟੇਢੀ ਲਾਈਨ ਲੱਗੀ ਹੋਈ ਹੈ, ਇਹ ਅੱਧੇ ਹਾਹੇ ਦਾ ਕੰਮ ਕਰਦੀ ਹੈ। ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਬਿਰਵਾ ਹਿੰਦੀ 'ਚ ਨਾ ਬੂਟੇ ਨੂੰ ਬਿਰਵਾ ਕਹਿੰਦੇ, ਦਰਖਤ ਨੂੰ ਬਿਰਵਾ ਕਹਿੰਦੇ। ਕਬੀਰ ਚੰਦਨ ਕਾ ਬਿਰਵਾ ਭਲਾ। ਚੰਦਨ ਦਾ ਬੂਟਾ ਬਹੁਤ ਵਧੀਆ ਹੁੰਦਾ, ਕਿ ਇਸ 'ਚ ਸੁਗੰਧੀ ਨਿਕਲਦੀ। ਚੰਦਨ ਹੁੰਦਾ ਵੀ ਮਹਿੰਗਾ। ਕਈ ਅਮੀਰ ਲੋਕ ਜਦੋਂ ਕਿਸੇ ਦਾ ਸੰਸਕਾਰ ਕਰਦੇ ਨੇ ਵੀ ਬਦਬੂ ਨਾ ਆਵੇ ਡੈਡ ਬੋਡੀ ਦੇ ਵਿੱਚੋਂ, ਚੰਦਨ ਦੀ ਵਿੱਚ ਲੱਕੜੀ ਰੱਖ ਦਿੰਦੇ ਨੇ ਵੀ ਤਾਂ ਜੋ ਖੁਸ਼ਬੂ ਰਹੇ। ਚੰਦਨ ਦੀ ਲੱਕੜੀ ਮਹਿੰਗੀ ਹੁੰਦੀ ਹੈ, ਪਰ ਹਰ ਇੱਕ ਨੂੰ ਪਤਾ ਨਹੀਂ ਵੀ ਇਹ ਚੰਦਨ ਹੈ। ਜਿਵੇਂ ਹਰ ਇੱਕ ਨੂੰ ਨਹੀਂ ਪਤਾ ਮਨੁੱਖਾ ਜੀਵਨ ਕੀਮਤੀ ਹੈ। ਇਹ ਤਾਂ ਸਾਧੂਆਂ ਸੰਤਾਂ ਮਹਾਤਮਾ ਗੁਰੂਆਂ ਨੂੰ ਪਤਾ ਮਨੁੱਖਾ ਜੀਵਨ ਕੀਮਤੀ ਹੈ। ਆਮ ਲੋਕ 99% ਦੇ ਪਤਾ ਹੀ ਨਹੀਂ ਕੀਮਤੀ ਹੈ, ਉਹਨਾਂ ਨੂੰ ਇਹਦੀ ਕੀਮਤ ਦਾ ਹੀ ਨਹੀਂ ਪਤਾ। ਮਨੁੱਖਾ ਜੂਨੀ ਦੀ ਕੀ ਕੀਮਤ ਹੈ, ਇਹ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ। ਜਿਵੇਂ ਇੱਕ ਲੱਕੜਹਾਰਾ ਸੀ, ਜਿਹੜਾ ਜੰਗਲ 'ਚੋਂ ਲੱਕੜੀਆਂ ਲਿਆ ਕੇ ਨਾ ਉਹਨਾਂ ਨੂੰ ਸੁਕਾ ਕੇ ਫਿਰ ਉਹਨਾਂ ਨੂੰ ਬਾਲਦਾ ਸੀ, ਫਿਰ ਉਹਦੇ ਕੋਲੇ ਬਣਦੇ ਸਨ। ਉਹ ਕੋਇਲੇ ਬਾਜ਼ਾਰ 'ਚ ਵੇਚਿਆ ਕਰਦਾ ਸੀ। ਇਹ ਲੱਕੜਹਾਰੇ ਆਪਣੇ ਨਾਲ ਪਾਣੀ ਲੈ ਕੇ ਜਾਂਦੇ ਨੇ। ਇੱਕ ਵਾਰੀ ਉਸੇ ਇਲਾਕੇ ਦਾ ਰਾਜਾ ਜੰਗਲ 'ਚ ਸ਼ਿਕਾਰ ਖੇਡ ਰਿਹਾ। ਸ਼ਿਕਾਰ ਖੇਡਦਿਆਂ ਇੰਨੀ ਪਿਆਸ ਲੱਗੀ, ਉਹਨੇ ਸਮਝਿਆ ਮੇਰੀ ਜਾਨ ਨਿਕਲ ਜਾਏਗੀ, ਪਾਣੀ ਕਿਤੋਂ ਲੱਭ ਨਹੀਂ ਰਿਹਾ। ਅਖੀਰ 'ਤੇ ਉਹਨੂੰ ਲੱਕੜਹਾਰਾ ਦੱਸਿਆ। ਉਹਨੇ ਕਿਹਾ ਇਹਦੇ ਕੋਲ ਜ਼ਰੂਰ ਪਾਣੀ ਹੋਏਗਾ। ਰਾਜਾ ਉਹਦੇ ਕੋਲ ਆਇਆ, ਕਹਿੰਦਾ ਭਾਈ ਤੇਰੇ ਕੋਲ ਪਾਣੀ ਹੈ? ਕਹਿੰਦਾ ਹਾਂ ਜੀ ਹੈ। ਕਹਿੰਦਾ ਮੈਂ ਰਾਜਾ ਇਸ ਦੇਸ਼ ਦਾ, ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ, ਕਿਰਪਾ ਕਰਕੇ ਮੈਨੂੰ ਪਾਣੀ ਪਿਲਾ ਦੇ। ਉਹਨੇ ਪਾਣੀ ਪਿਲਾਤਾ। ਰਾਜੇ ਨੇ ਜਿਹੜੇ ਹੱਥ 'ਚ ਮੁੰਦਰੀ ਪਾਈ ਸੀ ਸੋਨੇ ਦੀ, ਉਹ ਉਹਨੂੰ ਲੱਕੜਹਾਰੇ ਨੂੰ ਦੇਤੀ ਕਿ ਭਾਈ ਤੂੰ ਮੇਰੀ ਜਾਨ ਬਚਾਈ ਹੈ, ਜੇ ਕਦੇ ਤੈਨੂੰ ਕੋਈ ਕੰਮ ਹੋਵੇ ਤੂੰ ਉੱਥੇ ਰਾਜ ਮਹਿਲਾਂ 'ਚ ਆ ਜਾਈਂ, ਜਿਹੜਾ ਤੈਨੂੰ ਰੋਕੇ ਆ ਸਾਡੀ ਛਾਪ ਉਸ ਨੂੰ ਵਿਖਾ ਦੇ। ਉਹ ਆਪੇ ਸਮਝੇਗਾ ਵੀ ਇਹ ਰਾਜੇ ਦੀ ਛਾਪ ਹੈ, ਇਹਨੇ ਰਾਜੇ ਨੂੰ ਮਿਲਣਾ। ਘਰ ਆ ਕੇ ਉਸਨੇ ਗੱਲ ਕੀਤੀ ਆਪਣੀ ਘਰ ਵਾਲੀ ਨਾਲ। ਉਹ ਕਹਿੰਦੀ ਫਿਰ ਰਾਜੇ ਨੂੰ ਮਿਲੋ, ਆਪਾਂ ਤਾਂ ਇੰਨੇ ਗਰੀਬ ਹਾਂ, ਕੁਛ ਨਾ ਕੁਛ ਕਰੂਗਾ। ਉਹ 1-2 ਦਿਨ ਬਾਅਦ ਚਲਿਆ ਗਿਆ ਜੀ। ਚਲੋ ਉਹ ਜਿਹੜਾ ਦਰਬਾਨ ਸੀ ਦੇਖਣ ਵਾਲਾ ਪਹਿਰੇਦਾਰ, ਉਹਨੇ ਮੁੰਦਰੀ ਵੇਖੀ ਅਤੇ ਰਾਜੇ ਦੀ ਹੈ। ਉਹ ਮੁੰਦਰੀ ਲੈ ਕੇ ਰਾਜੇ ਕੋਲ ਚਲੇ ਗਏ।
ਕਹਿੰਦੇ ਜੀ ਇੱਕ ਬੰਦੇ ਨੇ ਆ ਮੁੰਦਰੀ ਹੈਗੀ ਜੀ, ਕਹਿੰਦਾ ਮੈਂ ਰਾਜੇ ਨੂੰ ਮਿਲਣਾ। ਰਾਜੇ ਨੂੰ ਯਾਦ ਆ ਗਿਆ, ਕਹਿੰਦੇ ਹਾਂ ਸਤਿਕਾਰ ਸਹਿਤ ਲੈ ਆ ਉਹਨੂੰ। ਰਾਜੇ ਨੇ ਮੁੰਦਰੀ ਵੀ ਦੇਤੀ ਉਸ ਨੂੰ ਵਾਪਸ, ਅਤੇ ਹਾਂ ਹਾਲ ਚਾਲ ਪੁੱਛਿਆ, ਬੋਲ ਭਾਈ ਕਿਵੇਂ ਆਏ ਆ? ਕਿਹਾ ਜੀ ਤੁਹਾਨੂੰ ਪਤਾ ਮੈਂ ਬਹੁਤ ਗਰੀਬ ਹਾਂ ਅਤੇ ਕੋਈ ਕਿਰਪਾ ਕਰੋ ਮੇਰੇ 'ਤੇ। ਰਾਜੇ ਨੇ ਸੋਚਿਆ ਮੇਰਾ ਚੰਦਨ ਦਾ ਬਾਗ ਹੈ, ਉਹ ਇਹਨੂੰ ਦੇ ਦਿੰਦੇ ਹਾਂ, ਇਹ ਲੱਖਾਂ ਪਤੀ ਹੋ ਜਾਏਗਾ। ਹੁਣ ਉਹਨੇ ਕਿਹਾ, ਨੌਕਰ ਨੂੰ ਕਿਹਾ ਵੀ ਜਿਹੜਾ ਚੰਦਨ ਦਾ ਬਾਗ ਹੈ ਨਾ, ਇਹਨੂੰ ਵਿਖਾ ਦੇ, ਅੱਜ ਤੋਂ ਇਹਦਾ ਹੋਇਆ। ਉਹ ਲੱਕੜਹਾਰਾ ਸੀ, ਉਹਨੂੰ ਚੰਦਨ ਦਾ ਪਤਾ, ਕਿੱਕਰਾਂ ਦਾ ਪਤਾ ਸੀ। ਉਹਨੇ ਸਮਝਿਆ ਵੀ ਦਰਖਤ ਨੇ, ਉਹਨੇ ਵੱਢ ਕੇ ਨਾ ਉਹਨੂੰ ਸਾੜ ਕੇ ਕੋਇਲੇ ਬਣਾ ਕੇ ਵੇਚਣੇ ਸ਼ੁਰੂ ਕਰਤੇ। ਜਦੋਂ ਸਾਰਾ ਬਾਗ ਮੁੱਕ ਗਿਆ, ਅਖੀਰਲਾ ਗੇੜਾ ਵੇਚਣ ਗਿਆ, ਉੱਥੇ ਕਿਤੇ ਕੋਈ ਚੰਦਨ ਦਾ ਵਪਾਰੀ ਉੱਥੇ ਆ ਗਿਆ। ਉਹਨੇ ਦੇਖਿਆ ਵੀ ਇਹਦੇ ਕੁਹਾੜੇ ਦੇ ਵਿੱਚ ਤਾਂ ਚੰਦਨ ਦਾ ਦਸਤਾ ਹੈ, ਜਿਹੜਾ ਲੱਕੜੀ ਦਾ ਹੁੰਦਾ, ਵੀ ਤੇ ਚੰਦਨ ਦਾ ਦਸਤਾ ਇਹਦੇ ਕੋਲੇ। ਉਹ ਉਹਨੂੰ ਕਹਿੰਦਾ ਵੀ ਤੂੰ ਇਹ ਕੁਹਾੜਾ ਵੇਚਣੇ? ਕਹਿੰਦੀ ਵੇਚ ਦਿੰਦਾ। ਉਹਨੇ ਪੁੱਛਿਆ ਕਿੰਨੇ ਦਾ ਵੇਚੇਂਗਾ? ਜਿਵੇਂ ਕੁਹਾੜਾ ਹੋਵੇ 20 ਰੁਪਈਏ ਦਾ। ਉਹ ਕਹਿੰਦਾ 1000 ਲੈਣਾ ਕੁਹਾੜੇ ਦਾ। ਉਹ ਹੱਕਾ ਬੱਕਾ ਰਹਿ ਗਿਆ ਵੀ 20 ਰੁਪਏ ਦਾ ਕੁਹਾੜਾ, ਇਹ ਕਹਿੰਦਾ 1000 ਲੈਣੇ। ਉਹ ਕਹਿੰਦਾ ਜੀ 1000 ਵਾਲੀ ਇਹਦੇ 'ਚ ਕਿਹੜੀ ਗੱਲ ਹੈ? ਕਹਿੰਦੇ ਜਿਹੜਾ ਇਹਦਾ ਦਸਤ ਹੈ ਨਾ, ਇਹ ਚੰਦਨ ਦਾ ਹੈ, ਚੰਦਨ ਬਹੁਤ ਮਹਿੰਗਾ ਹੁੰਦਾ, ਮੈਂ ਤਾਂ ਤੈਨੂੰ 1000 ਰੁਪਇਆ ਦੇ ਰਿਹਾ। ਉਹਨੇ ਮੱਥੇ 'ਤੇ ਹੱਥ ਮਾਰਿਆ, ਓਹੋ। ਕਹਿੰਦਾ ਮੈਂ ਇਹਨੂੰ ਸਧਾਰਨ ਲੱਕੜੀ ਸਮਝ ਕੇ ਜਿਹੜਾ ਹੈ ਕੋਲੇ ਬਣਾ ਸਾਰਾ ਬਾਗ ਵੇਚਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਚੰਦਨ ਹੈ। ਸੰਤ ਮਹਾਤਮਾ ਪੀਰ ਪੈਗੰਬਰ ਰਿਸ਼ੀ ਮੁਨੀ ਸਤਿਯੁਗ ਤੋਂ ਲੈ ਕੇ ਅੱਜ ਤੱਕ ਸਾਨੂੰ ਕਹਿ ਰਹੇ ਨੇ, ਹੈ ਇਨਸਾਨ, ਇਹ ਜਿਹੜਾ ਤੈਨੂੰ ਮਨੁੱਖਾ ਜੀਵਨ ਮਿਲਿਆ ਨਾ, ਇਹ ਚੰਦਨ ਦੇ ਬੂਟੇ ਵਰਗਾ, ਇਹ ਬੜਾ ਕੀਮਤੀ ਹੈ, ਇਹਨੂੰ ਐਵੇਂ ਨਾ ਗੁਆ। ਪਰ ਨਹੀਂ, ਅਸੀਂ ਇਹਨੂੰ ਐਵੇਂ ਹੀ ਗੁਆ ਰਹੇ। ਕੋਈ ਇਹਦੇ ਅੰਦਰ ਸ਼ਰਾਬ ਸੁੱਟੀ ਜਾਂਦਾ, ਕੋਈ ਇਹਦੇ ਅੰਦਰ ਮੀਟ ਪਾਈ ਜਾਂਦਾ, ਕੋਈ ਇਹਦੇ ਅੰਦਰ ਫੀਮ ਸੁੱਟੀ ਜਾਂਦਾ, ਕੋਈ ਇਹਦੇ ਅੰਦਰ ਭੁੱਕੀ ਸੁੱਟੀ ਜਾਂਦਾ, ਕੋਈ ਬੀੜੀਆਂ ਸਿਗਰਟਾਂ ਅੰਦਰ ਸੁੱਟੀ ਜਾਂਦਾ, ਕੂੜ ਕਬਾੜ ਨਾਲ ਸਾਰਾ ਸਰੀਰ ਭਰਦਾ ਹੈ। ਪਤਾ ਹੀ ਨਹੀਂ ਵੀ ਇੰਨਾ ਕੀਮਤੀ ਹੈ। ਜੇ ਉਸ ਲੱਕੜਹਾਰੇ ਨੂੰ ਪਤਾ ਹੀ ਨਾ ਵੀ ਉਹ ਇਹ ਤਾਂ ਚੰਦਨ ਦਾ ਸੀ, ਮੈਂ ਤਾਂ ਲੱਖਾਂ ਪਤੀ ਹੋ ਸਕਦਾ ਸੀ। ਸਾਰਾ ਬਾਗ ਐਵੇਂ ਵੇਚਦਾ, ਐਂ ਮਨੁੱਖ ਸਾਰਾ ਜੀਵਨ ਐਵੇਂ ਬਰਬਾਦ ਕਰ ਦਿੰਦਾ ਹੈ। ਇਹਨੂੰ ਗਿਆਨ ਹੀ ਨਹੀਂ ਹੈਗਾ ਕਿ ਮਨੁੱਖਾ ਜੀਵਨ ਕਿਤਨਾ ਕੀਮਤੀ ਹੈ। ਪਤਾ ਨਹੀਂ ਫਿਰ ਮਿਲੇ ਕਿ ਨਾ ਮਿਲੇ। ਮਨੁੱਖਾ ਜੀਵਨ ਉਹਨਾਂ ਨੂੰ ਦੁਬਾਰਾ ਮਿਲਦਾ ਜਿਨ੍ਹਾਂ ਭਜਨ ਬੰਦਗੀ ਕੀਤੀ ਹੁੰਦੀ ਹੈ। ਜਾਂ ਕਈ ਵਾਰੀ ਪਰਮਾਤਮਾ ਦੁਸ਼ਟ ਲੋਕਾਂ ਨੂੰ ਵੀ ਲੰਗੜੇ ਲੂਲੇ ਅੰਨੇ ਕਾਣੇ ਬਣਾ ਕੇ ਮੰਗਤੇ ਬਣਾ ਕੇ ਸੰਸਾਰ 'ਤੇ ਭੇਜ ਦਿੰਦਾ ਵੀ ਜੋ ਆਪਣੇ ਕਰਮਾਂ ਨੂੰ ਭੋਗੋ ਤੁਸੀਂ। ਕਈ ਵੀ ਤਾਂ ਵੀ ਮਨੁੱਖਾ ਜੀਵਨ ਮਿਲ ਜਾਂਦਾ। ਆ ਜਿਹੜੇ ਸੋਹਣੇ ਸੁਨੱਖੇ ਹੁੰਦੇ ਨੇ, ਪੂਰੇ ਸਰੀਰ ਵਾਲੇ ਹੁੰਦੇ ਨੇ, ਇਹ ਪਰਮਾਤਮਾ ਦੀ ਕਿਰਪਾ ਇਹਨਾਂ 'ਤੇ ਹੁੰਦੀ ਹੈ। ਤਾਂ ਸੋਹਣੇ ਸੁਨੱਖੇ ਸਰੀਰ ਮਿਲਦੇ ਨੇ, ਐਵੇਂ ਨਹੀਂ ਮਿਲਦੇ ਹੈਗੇ। ਸੋ ਕਬੀਰ ਸਾਹਿਬ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਬੇੜਿਓ ਮੈਨੇ ਘਿਰਿਆ ਹੋਇਆ, ਢਾਕ ਪਲਾਸ ਜਿਹਨੂੰ ਪਾਕਿਸਤਾਨ ਕਹਿੰਦੇ ਸੀ ਛਿਛਰਾ, ਇੱਧਰ ਕਹਿੰਦੇ ਨੇ ਢੱਕ। ਆ ਪਤਲਾਂ ਮੈਂ ਦੇਖੇ ਰੋਟੀਆਂ ਵਾਲੀਆਂ ਖਾਣ ਲਈ, ਡੂਨੇ ਪਤਲਾਂ ਆਮ ਦੇਖੀਆਂ ਹੋਣੀਆਂ ਤੁਸੀਂ। ਆਪਾਂ ਵੀ ਜਦ ਦੀਵਾਨ ਲਾਉਂਦੇ ਹਾਂ ਡੂਨੇ ਪਤਲਾਂ 'ਤੇ ਕਈ ਵਾਰ ਵਰਤਾਉਂਦੇ ਸਿੱਧਾ। ਉਹ ਛਿਛਰੇ ਦੇ ਦਰਖਤ ਦੇ, ਉਹ ਢੱਕ ਪਲਾਸ ਦੇ ਦਰਖਤਾਂ ਦੇ ਪੱਤਿਆਂ ਦੇ ਬਣੇ ਹੁੰਦੇ ਡੂਨੇ। ਉਹ ਭਾਵ ਸਧਾਰਨ ਦਰਖਤ ਹੈ। ਚੰਦਨ ਦੇ ਦਰਖਤ ਦੇ ਦੁਆਲੇ ਛਿਛਰੇ ਦੇ ਦਰਖਤ, ਢੱਕ ਪਲਾਸ ਦੇ ਦਰਖਤ ਉੱਗੇ ਹੋਏ ਹਨ। ਹੋਏ ਵੀ ਚੰਦਨ ਹੋਏ ਰਹੇ, ਬਸੇ ਜੇ ਚੰਦਨ ਪਾਸ, ਕਿਉਂਕਿ ਚੰਦਨ ਦੇ ਕੋਲ ਨੇ ਉਹ, ਇਸ ਲਈ ਉਹ ਵੀ ਸੁਗੰਧਿਤ ਹੋ ਗਏ। ਉਹਨਾਂ 'ਚ ਵੀ ਚੰਦਨ ਦੀ ਸੁਗੰਧੀ ਆ ਗਈ ਹੈ। ਚੰਦਨ ਦੀ ਸੰਗਤ ਕੀਤੀ ਹੈ ਨਾ, ਸਾਧੂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ, ਤੁਹਾਡੇ ਅੰਦਰ ਗੁਣ ਪੈਦਾ ਹੋ ਜਾਣਗੇ।
ਕਿਉਂ? ਸਾਧੂ ਗੁਰੂ ਗੁਣਵਾਨ ਹੁੰਦੇ ਨੇ। ਜਿਹੋ ਜਿਹੇ ਦੀ ਤੁਸੀਂ ਸੰਗਤ ਕਰੇ ਉਹਦਾ ਤੁਹਾਡੇ 'ਤੇ ਅਸਰ ਹੋਏਗਾ ਹੀ ਹੋਏਗਾ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜੋ ਕਿਸੇ ਦੀ ਸੰਗਤ ਹੈ ਨਾ, ਉਹੋ ਜਿਹੇ ਬੰਦਾ ਬਸ। ਉਹਦੀ ਸੰਗਤ ਤੋਂ ਪਤਾ ਲੱਗਦਾ ਇਹ ਬੰਦਾ ਚੰਗਾ ਹੈ ਕਿ ਮੰਦਾ ਹੈ। ਸ਼ਰਾਬੀਆਂ ਦੀ ਸੰਗਤ ਹੈ ਤਾਂ ਸਿੱਧਾ ਜਿਹਾ ਹਿਸਾਬ ਸ਼ਰਾਬ ਪੀਂਦਾ, ਤਾਂ ਹੀ ਉਹਨਾਂ ਦੀ ਸੰਗਤ ਕਰਦਾ, ਤਾਂ ਹੀ ਉਹਨਾਂ ਦੀ ਸੰਗਤ ਕਰਦੇ। ਚੋਰਾਂ ਦੀ ਸੰਗਤ ਕਰ ਰਿਹਾ ਤਾਂ ਮਤਲਬ ਚੋਰ ਹੈ, ਤਾਂ ਹੀ ਉਹਨੇ ਸੰਗਤ ਕਰ ਰਿਹਾ। ਇਸ ਲਈ ਸਧਾਰਨ ਦਰਖਤ ਜਿਹੜੇ ਛਿਛਰੇ ਦੇ ਨੇ, ਉਹ ਵੀ ਜਦੋਂ ਚੰਦਨ ਦੇ ਕੋਲ ਵਸਦੇ ਨੇ, ਉੱਗਦੇ ਨੇ, ਉਹ ਵੀ ਖੁਸ਼ਬੂਦਾਰ ਹੋ ਜਾਂਦੇ ਨੇ। ਕਿਉਂ? ਚੰਦਨ 'ਚ ਖੁਸ਼ਬੂ ਹੈ। ਚੰਦਨ ਦੀ ਖੁਸ਼ਬੂ ਉਹਨਾਂ 'ਤੇ ਅਸਰ ਕਰਦੀ ਹੈ। ਉਹਨਾਂ ਦੇ ਵਿੱਚ ਵੀ ਚੰਦਨ ਵਾਲੇ ਗੁਣ ਪੈਦਾ ਹੋ ਜਾਂਦੇ ਹਨ। ਜਦੋਂ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੋ, ਹੈ ਧਿਆਨ ਦੇਣਾ। ਜਦੋਂ ਅਸੀਂ ਵਾਹਿਗੁਰੂ 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 ਕਰਦੇ ਹਾਂ, ਵਾਹਿਗੁਰੂ ਸਾਡੇ ਨਾਲ ਹੈ, ਅਤੇ ਜੋ ਸਾਡੇ ਨਾਲ ਹੈ ਉਹਦਾ ਸਾਡੇ 'ਤੇ ਅਸਰ ਹੋਣਾ ਹੀ ਹੋਣਾ। ਜੋ ਤੁਹਾਡੇ ਨਾਲ ਹੈ ਨਾ, ਉਹਦਾ ਤੁਹਾਡੇ 'ਤੇ ਅਸਰ ਹੋਣਾ ਹੀ ਹੋਣਾ। ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ 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 ਕਰਦੇ ਰਹਿੰਦੇ ਹੋ, ਵਾਹਿਗੁਰੂ ਤੁਹਾਡੇ ਨਾਲ ਹੈ, ਤਾਂ ਵਾਹਿਗੁਰੂ ਦਾ ਪ੍ਰਭਾਵ ਸਾਡੇ 'ਤੇ ਫਿਰ ਕੀ ਪੈਂਦਾ? ਸਾਡੇ ਅੰਦਰ ਵਾਹਿਗੁਰੂ ਵਾਲੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਅਸੀਂ ਹਰ ਵਕਤ ਵਾਹਿਗੁਰੂ ਦੀ ਸੰਗਤ ਕਰੇ। ਗੁਰਬਾਣੀ ਕਹਿੰਦੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਪਰਮਾਤਮਾ ਦਾ ਸਿਮਰਨ ਕਰੋਗੇ, ਪਰਮਾਤਮਾ ਉੱਥੇ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਪਰਮਾਤਮਾ ਨਾਲ ਰਹਿੰਦਾ। ਜਿਹੜਾ ਬੰਦਾ ਸਿਮਰਨ ਕਰਦਾ ਨਾ, ਪਰਮਾਤਮਾ ਹਰ ਵਕਤ ਉਹਦੇ ਨਾਲ ਰਹਿੰਦਾ ਹੈ। ਅਤੇ ਫਿਰ ਪਰਮਾਤਮਾ ਵਾਲੇ ਗੁਣ ਸਿਮਰਨ ਕਰਨ ਵਾਲੇ ਆਪਣੇ ਆਪ ਹੀ ਪ੍ਰਵੇਸ਼ ਕਰਦੇ ਜਾਂਦੇ ਨੇ। ਜਿਉਂ-ਜਿਉਂ ਗੁਣ ਪ੍ਰਵੇਸ਼ ਕਰੀ ਜਾਣਗੇ ਪਰਮਾਤਮਾ ਵਾਲੇ, ਅਸੀਂ ਇੱਕ ਦਿਨ ਰੱਬ ਰੂਪ ਹੋ ਜਾਵਾਂਗੇ। ਹੈ ਤੇ ਅਸੀਂ ਰੱਬ ਰੂਪ ਹੀ। ਉਦਾਹਰਨ ਦਿੰਦਾ ਮੈਂ, ਇੱਕ ਸੂਰਜ ਹੈ, ਇੱਕ ਸੂਰਜ ਦੀ ਕਿਰਨ ਹੈ। ਠੀਕ ਹੈ, ਸੂਰਜ ਬਹੁਤ ਵੱਡਾ ਹੈ, ਕਿਰਨ ਛੋਟੀ ਹੈ, ਪਰ ਜੋ ਸੂਰਜ ਦੇ ਵਿੱਚ ਗੁਣ ਹੈ ਉਹੀ ਉਹਦੀ ਇੱਕ ਕਿਰਨ ਦੇ ਵਿੱਚ ਹੈ, ਉਹੀ ਗੁਣ ਹੈ। ਸਮੁੰਦਰ ਹੈ, ਇੱਕ ਪਾਣੀ ਦਾ ਤੁਬਕ ਹੈ। ਸਮੁੰਦਰ ਵੀ ਆਕਸੀਜਨ ਪਲੱਸ ਹਾਈਡਰੋਜਨ ਰਲ ਕੇ ਪਾਣੀ ਬਣਿਆ ਸਮੁੰਦਰ ਦਾ, ਅਤੇ ਪਾਣੀ ਦੇ ਇੱਕ ਤੁਬਕੇ ਦੇ ਵਿੱਚ ਵੀ ਆਕਸੀਜਨ ਅਤੇ ਹਾਈਡਰੋਜਨ ਹੀ ਹੁੰਦੀ ਹੈ। ਦੇਖਣ ਨੂੰ ਸਮੁੰਦਰ ਬਹੁਤ ਵੱਡਾ ਹੈ, ਤੁਬਕਾ ਛੋਟਾ ਜਿਹਾ, ਪਰ ਜੋ ਸਮੁੰਦਰ 'ਚ ਗੁਣ ਹੈ ਉਹੀ ਉਸ ਤੁਬਕੇ ਵਿੱਚ ਹੈ। ਜੋ ਸੂਰਜ ਵਿੱਚ ਗੁਣ ਹੈ ਉਹੀ ਸੂਰਜ ਦੀ ਕਿਰਨ ਵਿੱਚ ਹੈ। ਇਸ ਲਈ ਜੋ ਗੁਣ ਪਰਮਾਤਮਾ 'ਚ ਹੁੰਦਾ ਹੈ ਉਹੀ ਪਰਮਾਤਮਾ ਦੇ ਭਗਤ 'ਚ ਆ ਜਾਂਦਾ ਹੈ। ਇਸ ਲਈ ਜਿਹੜਾ ਭਗਤ ਹੈ ਉਹ ਰੱਬ ਦਾ ਰੂਪ ਹੋ ਜਾਂਦਾ ਹੈ, ਅਤੇ ਜਦੋਂ ਰੱਬ ਦਾ ਰੂਪ ਕੋਈ ਹੋ ਜਾਂਦਾ ਹੈ ਫਿਰ ਉਹਦਾ ਰੱਬ ਨਾਲ ਮੇਲ ਹੋ ਜਾਂਦਾ, ਅਤੇ ਜਦੋਂ ਰੱਬ ਨਾਲ ਮੇਲ ਹੁੰਦਾ ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਉਹ ਹਮੇਸ਼ਾ ਹਮੇਸ਼ਾ ਲਈ ਸੱਚਖੰਡ 'ਚ ਪ੍ਰਵੇਸ਼ ਕਰ ਜਾਂਦਾ ਹੈ। ਜਿਉਂ-ਜਿਉਂ ਨਾਮ ਜਪਦੇ ਜਾਓਗੇ ਤਿਉਂ-ਤਿਉਂ ਰੱਬੀ ਗੁਣ ਤੁਹਾਡੇ 'ਚ ਆਪਣੇ ਆਪ ਹੀ ਪੈਦਾ ਹੋ ਜਾਣਗੇ। ਤੁਹਾਨੂੰ ਵਿਸ਼ੇਸ਼ ਮਿਹਨਤ ਨਹੀਂ ਕਰਨੀ ਪਏਗੀ, ਤੁਹਾਨੂੰ ਵਿਸ਼ੇਸ਼ ਮਿਹਨਤ ਨਹੀਂ ਕਰਨੀ ਪਏਗੀ। ਸਤ ਸੰਗਤ 'ਚ ਆ ਕੇ, ਸਾਧੂ ਦੀ ਸੰਗਤ 'ਚ ਆ ਕੇ ਸਾਨੂੰ ਵਿਸ਼ੇਸ਼ ਮਿਹਨਤ ਨਹੀਂ ਕਰਨੀ ਪੈਂਦੀ। ਸਹਿਜ ਸੁਭਾਅ ਹੀ ਉਹਨਾਂ ਦਾ ਅਸਰ ਸਾਡੇ 'ਤੇ ਹੋ ਹੀ ਜਾਂਦਾ ਹੈ। ਇਸ ਲਈ ਸਤ ਸੰਗਤ ਕਰੋ, ਨਾਮ ਜਪੋ, ਸਾਡੇ ਅੰਦਰ ਗੁਣ ਪੈਦਾ ਹੋ ਜਾਣਗੇ, ਅਤੇ ਗੁਣਾਂ ਦੀ ਹੀ ਕਦਰ ਹੁੰਦੀ, ਔਗੁਣਾਂ ਦੀ ਕਦਰ ਨਹੀਂ ਹੋਇਆ ਕਰਦੇ, ਗੁਣਾਂ ਦੀ ਕਦਰ ਹੁੰਦੀ। ਰੱਬੀ ਗੁਣ ਪੈਦਾ ਹੋ ਜਾਣਗੇ, ਕਿਉਂਕਿ ਅਸੀਂ ਹੈ ਹੀ ਰੱਬ ਰੂਪ, ਅਸੀਂ ਰੱਬ ਦੀ ਅੰਸ਼ ਹਾਂ। ਜਿਵੇਂ ਸੂਰਜ ਅਤੇ ਸੂਰਜ ਦੀ ਕਿਰਨ 'ਚ ਕੋਈ ਫਰਕ ਨਹੀਂ। ਜੋ ਸੂਰਜ ਗੁਣ ਨੇ ਉਹਦੀ ਇੱਕ ਕਿਰਨ 'ਚ ਵੀ ਉਹੀ ਗੁਣ ਨੇ। ਜੋ ਸਮੁੰਦਰ ਦੇ ਵਿੱਚ ਗੁਣ ਹੈ ਉਹ ਇੱਕ ਪਾਣੀ ਦੇ ਤੁਬਕੇ 'ਚ ਵੀ ਉਹੀ ਗੁਣ ਹੈ। ਜੋ ਰੱਬ 'ਚ ਗੁਣ ਨੇ, ਉਹ ਜਿਹੜਾ ਨਾਮ ਜਪਦਾ ਉਹਦੇ 'ਚ ਵੀ ਉਹੀ ਗੁਣ ਪੈਦਾ, ਕਿਉਂਕਿ ਅਸੀਂ ਰੱਬ ਦੀ ਅੰਸ਼ ਹਾਂ, ਅਸੀਂ ਉਹਦੀ ਅੰਸ਼ ਹਾਂ। ਸਾਡੇ 'ਚ ਉਹੀ ਗੁਣ ਨੇ ਜੋ ਰੱਬ 'ਚ ਨੇ, ਸਿਰਫ ਅਸੀਂ ਪ੍ਰਗਟ ਕਰਨਾ ਆਪਣੇ ਗੁਣਾਂ ਨੂੰ। ਅਤੇ ਪ੍ਰਗਟ ਕਰਨ ਦਾ ਬਹੁਤ ਸੌਖਾ ਢੰਗ ਸਤਿਯੁਗ ਤੋਂ ਲੈ ਕੇ ਹੁਣ ਤੱਕ ਦੱਸਿਆ, ਨਾਮ ਜਪੀ ਜਾ। ਤੁਸੀਂ ਜਿਹਦੇ ਵਰਗਾ ਹੋਣਾ ਨਾ ਉਹਦਾ ਨਾਮ ਜਪੀ ਜਾ, ਆਪਣੇ ਆਪ ਹੀ ਤੁਸੀਂ ਉਸ ਦੇ ਵਰਗੇ ਹੁੰਦੇ ਜਾਵੋਗੇ। ਚੋਰ ਬਣਨਾ, ਚੋਰ ਨੂੰ ਯਾਦ ਕਰੀ ਜਾਓ, ਇੱਕ ਦਿਨ ਚੋਰ ਹੋ ਜਾਓਗੇ। ਤੁਹਾਡੇ ਚੋਰੀ ਦਾ ਖਿਆਲ ਆਈ ਜਾਏਗਾ, ਵਾਰੀ ਵਾਰੀ ਆਈ ਜਾਏਗਾ, ਚੋਰ ਹੋ ਜਾਓਗੇ। ਡਾਕੂਆਂ ਨੂੰ ਯਾਦ ਕਰਨ ਲੱਗ ਜਾਓ, ਇੱਕ ਦਿਨ ਡਾਕੂ ਹੋ ਜਾਓਗੇ।
ਸਾਧੂਆਂ ਨੂੰ ਯਾਦ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਦਿਨ ਸਾਧੂ ਹੋ ਜਾਓਗੇ। ਰੱਬ ਨੂੰ ਯਾਦ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਇੱਕ ਦਿਨ ਰੱਬ ਰੂਪ ਹੋ ਜਾਵੋਗੇ। ਬਸ ਅਸੀਂ ਰੱਬ ਰੂਪ ਹੀ ਹੋਣਾ ਹੈ, ਤੇ ਅਸੀਂ ਉਸਦੀ ਅੰਸ਼ ਹੀ, ਪਰ ਸਾਨੂੰ ਗਿਆਨ ਨਹੀਂ ਹੈ। ਅਸੀਂ ਅਗਿਆਨੀ ਹਾਂ। ਸਾਨੂੰ ਗਿਆਨ ਹੀ ਨਹੀਂ ਕਿ ਜੋ ਸਾਰੀ ਚੀਜ਼ 'ਚ ਗੁਣ ਹੁੰਦਾ ਉਹਦੇ ਇੱਕ ਹਿੱਸੇ 'ਚ ਵੀ ਉਹੀ ਗੁਣ ਹੁੰਦਾ, ਸਿਰਫ ਵੱਡਾ ਛੋਟਾ ਹੀ ਹੁੰਦਾ, ਬਸ ਗੁਣ ਉਹੀ ਹੁੰਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਚੰਦਨਾਂ ਦੀ ਸੰਗਤ ਕਰੀਏ। ਗੁਰਬਾਣੀ ਚੰਦਨ ਹੈ। ਬਾਣੀ ਪੜ੍ਹੋ, ਬਾਣੀ ਨੂੰ ਸਮਝੋ, ਬਾਣੀ 'ਤੇ ਅਮਲ ਕਰੋ। ਜਿਵੇਂ ਚੰਦਨ ਦੀ ਸੁਗੰਧੀ ਦੂਜੇ ਦਰਖਤਾਂ ਪ੍ਰਵੇਸ਼ ਕਰ ਜਾਂਦੇ ਨੇ, ਇਹ ਗੁਰੂ ਦੇ ਗੁਣ ਵੀ ਸਾਡੇ 'ਚ ਪ੍ਰਵੇਸ਼ ਕਰ ਜਾਣਗੇ। ਅਸੀਂ ਗੁਣਵਾਨ ਹੋ ਜਾਵਾਂਗੇ। ਸਾਡਾ ਆਦਰ ਮਾਣ ਸਤਿਕਾਰ ਸਮਾਜ 'ਚ ਆਪਣੇ ਆਪ ਹੀ ਹੋਣ ਲੱਗ ਜਾਵੇਗਾ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।